ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਜੋ ਸਤਸੰਗ ਘੜੀਆਂ ਪ੍ਰਾਪਤ ਹਨ, ਇਤਿਹਾਸ ਕਥਾ ਜੋ ਲੜੀਵਾਰ ਚੱਲ ਰਹੀ ਹੈ, ਬਹੁਤ ਹੀ ਸਤਿਕਾਰਯੋਗ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਦੇ ਵਿੱਚੋਂ ਆਤ ਸਤਿਕਾਰਯੋਗ ਗੁਰਮੁਖ ਪਿਆਰੇ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਦੁਆਰਾ ਰਚਿਤ ਜੋ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਆਪਾਂ ਲੜੀਵਾਰ ਕਥਾ ਸਤਸੰਗ ਰੂਪ ਦੇ ਵਿੱਚ ਆਨੰਦ ਮਾਣ ਰਹੇ ਹਾਂ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਾਤਸ਼ਾਹ ਜੀ ਦੇ ਜੀਵਨ ਪ੍ਰਸੰਗ। ਕੱਲ ਆਪਾਂ 60ਵੇਂ ਘਰ ਦੇ ਪ੍ਰਸੰਗ ਸਰਵਣ ਕੀਤੇ ਹਨ, ਜੋ ਸ਼ੀਹਾਂ ਤੇ ਗੱਜਣ ਦੋਨੇ ਭਰਾ ਮਹਾਰਾਜ ਦੇ ਚਰਨਾਂ ਚ ਆਏ। ਸਤਿਗੁਰਾਂ ਨੂੰ ਕਿਹਾ ਮਹਾਰਾਜ ਉਪਦੇਸ਼ ਦੇਵੋ। ਸਤਿਗੁਰੂ ਜੀ ਨੇ ਉਹਨਾਂ ਨੂੰ ਭਾਈ ਵਾਹਿਗੁਰੂ ਸ਼ਬਦ ਸਿਮਰਨ ਜਾਪ ਕਰਨ ਦਾ ਉਪਦੇਸ਼ ਦਿੱਤਾ ਤੇ ਵਾਹਿਗੁਰੂ ਸ਼ਬਦ ਦੇ ਫਿਰ ਅਰਥ ਵੀ ਮਹਾਰਾਜ ਨੇ ਦੱਸੇ ਹਨ। ਇਸ ਉਪਰੰਤ ਫਿਰ ਇਹ ਪ੍ਰਸੰਗ ਕਿ ਭਾਈ ਲਹਿਣਾ ਜੀ ਨੂੰ ਨਾਲ ਲੈ ਜਾ ਕਰਕੇ ਜੋ ਸੁੰਨ ਸਮਾਧੀਆਂ ਦੇ ਦਰਸ਼ਨ ਮਹਾਰਾਜ ਨੇ ਕਰਵਾਏ ਨੇ, ਤੇ ਉਹਨਾਂ ਦੇ ਵਿੱਚ ਫਿਰ ਰਸਤੇ ਵਿੱਚ ਜਦੋਂ ਜਾਂਦੇ ਆ ਤੇ ਜਿਹੜੇ ਸੁੰਨ ਸਮਾਧੀਆਂ ਤੋਂ ਪਹਿਲਾਂ ਦੇ ਜੋ ਕੋਈ ਭਾਈ ਜਿਹੋ ਜਿਹੇ ਕਰਮ ਕਰਦਾ ਹੈ, ਉਹੇ ਜੀ ਉਸ ਨੂੰ ਫਿਰ ਸਜ਼ਾ ਜਿਹੜੀ ਹੈ ਉਹ ਮਿਲਦੀ ਹੈ। ਉਹ ਵੀ ਸਾਰਾ ਪ੍ਰਤੱਖ ਦਿਖਾਇਆ ਹੈ ਕਿ ਜਿਹੋ ਜਿਹੇ ਕਰਮ ਕੀਤੇ ਉਹੇ ਜਿਹਾ ਹੀ ਹਾਲ ਹੋ ਜਾਂਦਾ ਹੈ। ਸ਼ੁਭ ਕਰਮ ਕਰਾਂਗੇ ਪਰਮਾਤਮਾ ਦੇ ਦਰ ਤੇ ਸੁੰਨ ਸਮਾਧੀ ਰੂਪ ਵਿੱਚ ਪਹੁੰਚਾਂਗੇ। ਅਗਰ ਮਾੜੇ ਕਰਮ ਕਰਾਂਗੇ ਤਾਂ ਭਾਈ ਰਸਤੇ ਵਿੱਚ ਹੀ ਇਹੋ ਜਿਹੇ ਦੁੱਖ ਜਿਹੜੇ ਨੇ ਨਰਕਾਂ ਦੇ ਉਹ ਭੋਗਣੇ ਪੈਂਦੇ ਹਨ।
ਫਿਰ ਮਹਾਰਾਜ ਨੇ ਜੋ ਸੂਤਕ ਦੇ ਪ੍ਰਥਾਏ ਉਪਦੇਸ਼ ਦਿੱਤਾ, ਜਿਹੜੇ ਭਾਈ ਅਜਿੱਤਾ ਰੰਧਾਵੇ ਦੇ ਚੌਧਰੀ ਦੇ ਸੁਪੁੱਤਰ ਸਨ, ਫਿਰ ਇਹ ਚੌਧਰੀ ਵੀ ਬਣੇ ਹਨ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਤੇ ਲੰਗਰ ਦੀ ਸੇਵਾ ਕਰਦੇ। ਇਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਕੁਝ ਉਧਰ ਦੀਆਂ ਸੰਗਤਾਂ ਨੇ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਇਹ ਲੰਗਰ 'ਚ ਬੜਿਆ ਫਿਰਦਾ ਹੈ, ਇਹਦੇ ਤੇ ਘਰੇ ਸੂਤਕ ਪਿਆ ਹੋਇਆ ਹੈ। ਹੁਣ ਜਿਹੜੇ ਤਾਂ ਗੁਰਮੁਖੋ ਪੁਰਾਤਨ ਪਹਿਲਾਂ ਤੋਂ ਆਉਂਦੇ ਸਨ, ਉਹਨਾਂ ਦੇ ਤਾਂ ਕੋਈ ਭਰਮ ਨਹੀਂ ਸੀ, ਕੋਈ ਨਵੇਂ ਆਉਂਦੇ ਆ ਉਹਨਾਂ ਨੂੰ ਸਮਝ ਨਹੀਂ ਸੀ। ਤਾਂ ਮਹਾਰਾਜ ਨੇ ਫਿਰ ਜੇਕਰ ਸੂਤਕ ਮੰਨੀ ਹੈ ਸਭ ਤੈ ਸੂਤਕ ਹੋਏ, ਇਹ ਸ਼ਲੋਕ ਰੂਪ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਤੇ ਸੰਗਤਾਂ ਦੇ ਅੰਦਰੋਂ ਸੂਤਕ ਪਾਤਕ ਦਾ ਵਹਿਮ ਭਰਮ ਮਹਾਰਾਜ ਨੇ ਕੱਢਿਆ। ਆਓ ਅੱਗੇ ਪ੍ਰਸੰਗ 61ਵੇਂ ਘਰ ਦਾ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੇਸ ਬਦੇਸਨ ਤੇ ਤਹਾਂ ਬਹੁ ਸੰਗਤ ਭੀ ਆਏ। ਦੇਸ਼ਾਂ ਤੇ ਵਿਦੇਸ਼ਾਂ ਤੋਂ ਦੂਰ ਦਰਾਡਿਓਂ ਨੇੜਿਓਂ ਸਭ ਜਗ੍ਹਾ ਤੋਂ ਬੇਅੰਤ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਆਉਂਦੀਆਂ ਹਨ। ਆਪਰਮਾਨ ਗਿਣਤੀ ਨਾ ਕੋ ਦਰਸ਼ਨ ਕਰ ਹਰਖਾਏ। ਕਹਿੰਦੇ ਕੋਈ ਪ੍ਰਮਾਣ ਵੀ ਨਹੀਂ ਲਾਇਆ ਜਾ ਸਕਦਾ। ਅਪਰਮਾਨ ਗਿਣਤੀ ਨਾ ਕੋ, ਤੇ ਨਾ ਹੀ ਕੋਈ ਗਿਣਤੀ ਹੋ ਸਕਦੀ ਹੈ। ਇੰਨੀ ਸੰਗਤ ਆਉਂਦੀ ਹੈ। ਦਰਸ਼ਨ ਕਰ ਹਰਖਾਏ, ਦਰਸ਼ਨ ਕਰਕੇ ਪ੍ਰਸੰਨ ਹੁੰਦੇ ਹਨ। ਚੌਪਈ ਗੁਰ ਤਪ ਮੈਂ ਕਹੀ ਬਰਖ ਬਿਤਾਏ। ਗੁਰੂ ਸਾਹਿਬ ਨੇ ਫਿਰ ਤਪ ਦੇ ਵਿੱਚ ਹੀ ਬੈਠ ਜਾਣਾ, ਬਾਹਰ ਜਾ ਕੇ ਬਹੁਤ ਸਮਾਂ ਬੈਠੇ ਰਹਿਣਾ ਤੇ ਸਤਿਗੁਰੂ ਨੇ ਉਹ ਤਪ ਰੂਪ ਵਿੱਚ ਹੀ ਕਈ ਸਾਲ ਬਤੀਤ ਕੀਤੇ। ਨਾਮ ਦਾਨ ਇਸ਼ਨਾਨ ਦ੍ਰਿੜਾਏ। ਨਾਲ ਦੀ ਨਾਲ ਸੰਗਤਾਂ ਨੂੰ ਨਾਮ ਦਾਨ ਤੇ ਇਸ਼ਨਾਨ ਤ੍ਰੈ ਕਰਮ ਇਹਨਾਂ ਦੇ ਤ੍ਰੀ ਭਾਵ ਨੇ ਵੱਡੇ, ਇਹ ਵੀ ਭਾਈ ਦ੍ਰਿੜ ਕਰਵਾਏ ਹਨ। ਜਹ ਕਹਿ ਕੀਰਤਨ ਕੀ ਧੁਨ ਹੋਤੀ। ਜਿੱਥੇ ਕਿੱਥੇ ਵੀ ਐਸੀਆਂ ਰੌਣਕਾਂ ਸ੍ਰੀ ਕਰਤਾਰਪੁਰ ਸਾਹਿਬ ਲੱਗ ਗਈਆਂ, ਕੀਰਤਨ ਦੀਆਂ ਮਹਿਮਾ ਦੀਆਂ ਧੁਨਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਭਾਵ ਥਾਂ ਥਾਂ ਤੇ ਗੁਰਸਿੱਖ ਬੈਠੇ ਟੋਲਿਆਂ ਦੇ ਰੂਪ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦੇ ਸ਼ਬਦ ਗਾਉਂਦੇ ਹਨ। ਸੁਮਤ ਭਗਤ ਮਹਿ ਅਦਕ ਅਦੋਤੀ। ਜਿਹੜੀ ਭਾਈ ਸ੍ਰੇਸ਼ਟ ਮਤ ਹੋ ਜੇ ਪ੍ਰਾਪਤ ਹੁੰਦੀ, ਉਹ ਫਿਰ ਭਗਤੀ ਦੇ ਵਿੱਚ ਬਹੁਤ ਹੀ ਲੱਗ ਜਾਂਦੀ, ਭਗਤੀ ਦੇ ਵਿੱਚ ਅਦੋਤ ਹੋ ਜਾਂਦੀ, ਭਗਤੀ ਨਾਲ ਜੁੜ ਜਾਂਦੀ ਹੈ। ਇੱਕ ਦਿਨ ਬੂੜੇ ਮਨ ਅਸ ਆਈ। ਇੱਕ ਦਿਨ ਭਾਈ ਬੂੜਾ ਜੀ, ਉਦੋਂ ਹਜੇ ਛੋਟੀ ਉਮਰ ਸੀ ਬਾਬਾ ਬੁੱਢਾ ਜੀ ਦੀ, ਮਨ ਦੇ ਵਿੱਚ ਐਸਾ ਖਿਆਲ ਫੁਰਨਾ ਆਇਆ, ਹਉ ਭੀ ਸੇਵ ਕਰੋ ਅਧਕਾਈ। ਇਹ ਵੀ ਮਹਾਰਾਜ ਹੁਣ ਸਾਰਿਆਂ ਦਾ ਦੇਖੋ, ਜਿਵੇਂ ਭਾਈ ਮਰਦਾਨਾ ਜੀ ਦੇ ਰਾਹੀਂ ਕਿੰਨਿਆਂ ਦਾ ਭਲਾ ਕਰ ਦਿੰਦੇ ਸੀ ਮਹਾਰਾਜ, ਉਹਦਿਆਂ ਦੇ ਮਨ ਵਿੱਚ ਫੁਰਨਾ ਪੈਦਾ ਕਰਕੇ ਗੁਰੂ ਸਾਹਿਬ ਜੀ ਨੇ ਇਹ ਵੀ ਫੁਰਨਾ ਹੀ ਬਾਬਾ ਬੁੱਢਾ ਜੀ ਦੇ ਮਨ ਵਿੱਚ ਪੈਦਾ ਕਰਤਾ। ਉਹਨਾਂ ਸਮਿਆਂ ਵਿੱਚ 10-12 ਸਾਲ ਦੀ ਅਜੇ ਉਮਰ ਸੀ, 15 ਸਾਲ ਲਾ ਲਓ ਜਾਂ ਕਿੰਨੇ ਵੀ, ਇਸ ਤਰ੍ਹਾਂ ਭਾਵ 6-7 ਸਾਲ ਦੀ ਉਮਰ ਸੀ ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ। ਤੇ ਇਹ ਹੁਣ ਕੋਈ ਤਰੀਕ ਨਹੀਂ ਲਿਖੀ ਵੀ ਜਿੱਦਾਂ ਐਸਾ ਫੁਰਨਾ ਆਇਆ ਸੀ ਉਹ ਕਿਹੜਾ ਸੀ। ਭਾਵ ਹੈ ਕਿ ਕੋਈ ਇੰਨੀ ਕੁ ਉਮਰ ਹਜੇ ਜਵਾਨੀ ਵਿੱਚ ਨਹੀਂ ਸੀ, ਕਿਸ਼ੋਰ ਅਵਸਥਾ ਦੀ ਉਮਰ ਹੈ। ਬੂੜਾ ਨਾਮ ਹੈ, ਬਾਬਾ ਬੁੱਢਾ ਜੀ ਹੀ ਫਿਰ ਸਾਰਿਆਂ ਨੇ, ਕਿਉਂਕਿ ਗੁਰੂ ਸਾਹਿਬ ਨੇ ਬਚਨ ਕਰਤੇ ਸਨ ਕਿ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ। ਉਸ ਸਮੇਂ ਤੋਂ ਹੀ
ਇਹਨਾਂ ਨੂੰ ਬੁੱਢਾ ਜੀ ਕਹਿਣ ਲੱਗੇ। ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਉਹਨਾਂ ਦੇ ਮਨ ਵਿੱਚ ਐਸਾ ਇੱਕ ਦਿਨ ਬੂੜੇ ਮਨ ਅਸ ਆਈ, ਮਨ ਦੇ ਵਿੱਚ ਫੁਰਨਾ ਆਇਆ, ਹਉ ਭੀ ਸੇਵ ਕਰੋ ਅਧਿਕਾਈ, ਕਿ ਸੇਵਾ ਤੇ ਮੈਂ ਵੀ ਬਹੁਤ ਕਰਦਾ ਹਾਂ। ਸਦਾ ਰਹੋ ਆਇਸ ਅਨੁਸਾਰੀ, ਹਮੇਸ਼ਾ ਹੀ ਮੈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਹੁਕਮ ਵਿੱਚ ਰਹਿੰਦਾ ਹਾਂ। ਤਦਪ ਕਿਰਪਾ ਲਹਿਣੇ ਪਰ ਭਾਰੀ, ਪਰ ਫੇਰ ਵੀ ਤਦੋਂ ਜਿਹੜੀ ਕਿਰਪਾ ਹੈ ਉਹ ਭਾਈ ਲਹਿਣਾ ਜੀ ਦੇ ਉੱਤੇ ਬਹੁਤੀ ਹੈ। ਅੰਤਰਜਾਮੀ ਸ੍ਰੀ ਗੁਰ ਜਾਨੀ, ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਇਹ ਬਾਬਾ ਬੁੱਢਾ ਜੀ ਦੇ ਮਨ ਦੀ ਫੁਰਨਾ ਜਾਣਿਆ ਹੈ। ਤਬ ਪਰਖਨ ਕੀ ਅਸ ਵਿਦ ਠਾਨੀ, ਤਾਂ ਫਿਰ ਪਰਖ ਕਰਨ ਵਾਸਤੇ ਇਸ ਤਰ੍ਹਾਂ ਮਹਾਰਾਜ ਨੇ ਵਿਚਾਰਿਆ। ਹੋਤੇ ਨਿਸਾ ਇੱਕ ਮਹਿ ਦੁਐ ਪਾਸਾ, ਹੋਤੇ ਨਿਸਾ ਰਾਤ ਹੁੰਦਿਆਂ ਹੀ ਇੱਕ ਮਹਿ ਦੁਐ ਪਾਸਾ, ਕਿਉਂ ਮਹਾਰਾਜ ਜੀ ਨੇ ਭਾਈ ਦੋਵੇਂ ਪਾਸੇ ਕਿਉਂ ਵੇਖ ਕਰਕੇ ਬਚਨ ਕਹੇ ਹਨ। ਬੋਲੇ ਬਚਨ ਤਬੈ ਸੁਖ ਰਾਸਾ, ਤੇ ਉਸ ਸਮੇਂ ਹੋਤੇ ਨਿਸਾ ਇੱਕ ਮਹਿ ਦੁਐ ਪਾਸਾ, ਭਾਵ ਅੱਧੀ ਰਾਤ ਜਿਹੜੀ ਹੈ ਵੀ ਇੱਕ ਰਾਤ ਦੇ ਦੋ ਪਾਸੇ ਹੋ ਗਏ। ਇਹ ਵੀ ਅਰਥ ਹੈ ਕਿ ਮਹਾਰਾਜ ਨੇ ਫਿਰ ਉਸ ਸਮੇਂ ਭਾਈ ਸੁੱਖਾਂ ਦੀ ਰਾਸ ਗਰੀਬ ਨਵਾਜ ਨੇ ਬਚਨ ਕਹੇ। ਬੂੜੇ ਵਹਿਰ ਨਿਕਸ ਕੇ ਦੇਖ, ਐ ਭਾਈ ਬੁੱਢੇ ਬਾਹਰ ਨਿਕਲ ਕੇ ਭਾਈ ਵੇਖ। ਕਿਤਕ ਜਾਮਨੀ ਹੈ ਅਬ ਸੇਖ, ਕਿ ਕਿੰਨੀ ਕੁ ਰਾਤ ਜਿਹੜੀ ਹੈ ਉਹ ਬਾਕੀ ਰਹਿੰਦੀ ਹੈ। ਜੇਤੀ ਰਹੀ ਬਤਾਵੋ ਸੋ, ਜਿੰਨੀ ਰਾਤ ਰਹਿੰਦੀ ਹੈ ਉਹ ਦੇਖ ਕੇ ਮੈਨੂੰ ਦੱਸ। ਕਾਲ ਇਸ਼ਨਾਨ ਭਇਓ ਕਿ ਨਾ ਹੋ, ਵੇਖ ਵੀ ਇਸ਼ਨਾਨ ਕਰਨ ਦਾ ਸਮਾਂ ਹੋਇਆ ਹੈ ਕਿ ਨਹੀਂ ਹੋਇਆ ਹੈ। ਸੋ ਨਿਕਸਿਓ ਤਬ ਦੇਖ ਬਤਾਈ, ਬਾਬਾ ਬੁੱਢਾ ਜੀ ਬਾਹਰ ਆਏ ਹਨ ਧਰਮਸਾਲ ਤੋਂ, ਵੇਖਿਆ ਤੇ ਵੇਖ ਕੇ ਦੱਸਿਆ। ਅਰਧ ਨਿਸਾ ਅਬ ਹੈ ਗਤ ਦਾਈ, ਇਹ ਮੁਕਤੀ ਦਾਤੇ ਸਤਿਗੁਰੂ ਜੀ ਅਜੇ ਅੱਧੀ ਰਾਤ ਹੈ। ਗੁਰੂ ਕਹਿਓ ਏਤੀ ਅਬ ਨਾਹੀ, ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਬੁੱਢਾ ਤੈਨੂੰ ਕੋਈ ਭੁਲੇਖਾ ਲੱਗਦਾ ਹੈ, ਇੰਨੀ ਨਹੀਂ ਰਹਿੰਦੀ ਹੈ, ਜੇ ਅੱਧੀ ਰਾਤ ਨਹੀਂ ਬਾਕੀ ਹੈ। ਇੱਕ ਜਾਮ ਜਾਮਨੀ ਆਹੀ, ਇਉਂ ਲੱਗਦਾ ਸਾਨੂੰ ਤਾਂ ਵੀ ਇੱਕ ਹੈ ਜਾਮ ਪਹਿਰ, ਜਾਮਨੀ ਰਾਤ, ਵੀ ਪਹਿਰ ਰਾਤ ਲੱਗਦਾ ਰਹਿੰਦੀ ਹੈ। ਭਲੀ ਪ੍ਰਕਾਰ ਬਿਲੋਕ ਬਿਹੋਰੀ, ਤੂੰ ਭਾਈ ਦੁਆਰਾ ਚੰਗੀ ਤਰ੍ਹਾਂ ਵੇਖ ਕੇ ਆ। ਦੇਹੋ ਬਤਾਏ ਖੋਏ ਮਤ ਭੋਰੀ, ਇਸ ਤਰ੍ਹਾਂ ਮੈਨੂੰ ਦੱਸ ਆਪਣੀ ਮਤ ਨੂੰ ਦੂਰ ਕਰਕੇ। ਤਬ ਪੁਨ ਪਿਖ ਕਰਨੀ ਕੀ ਭਾਂਤੀ, ਤਦ ਫੇਰ ਬਾਬਾ ਬੁੱਢਾ ਜੀ ਨੇ ਚੰਗੀ ਤਰ੍ਹਾਂ ਵੇਖ ਕਰਕੇ ਕਹਿਓ ਪ੍ਰਭੂ ਜੀ ਆਧੀ ਰਾਤੀ, ਕਹਿਣ ਲੱਗੇ ਵੀ ਨਹੀਂ ਪਰਮੇਸ਼ਰ ਸਤਿਗੁਰੂ ਜੀ ਅੱਧੀ ਰਾਤ ਹੀ ਹੈ। ਜਾਮ ਨਹੀਂ ਮੈਂ ਦੇਖੀ ਨੀਕੇ, ਵੀ ਪਹਿਰ ਰਾਤ ਨਹੀਂ ਹਜੇ ਰਹਿੰਦੀ ਹੈ, ਤਾਂ ਦੋ ਪਹਿਰ ਪਏ ਨੇ, ਅੱਧੀ ਰਾਤ ਬਾਕੀ ਹੈ। ਜਾਮ ਨਹੀਂ ਮੈਂ ਦੇਖੀ ਨੀਕੇ, ਪਹਿਰ ਨਹੀਂ ਹੈ ਮਹਾਰਾਜ ਮੈਂ ਚੰਗੀ ਤਰ੍ਹਾਂ ਵੇਖਿਆ ਹੈ। ਸੁਣ ਬੋਲੇ ਪ੍ਰਿਯ ਸਿੱਖਨ ਜੀ ਕੇ, ਇਹ ਸੁਣ ਕਰਕੇ ਫੇਰ ਭਾਈ ਆਪਣੇ ਸਿੱਖਾਂ ਦੇ ਪਿਆਰੇ ਸਤਿਗੁਰੂ ਜੀ ਕਹਿਣ ਲੱਗੇ। ਇੱਕ ਜਾਮ ਜਾਮਨੀ ਹੋਈ, ਮਹਾਰਾਜ ਕਹਿੰਦੇ ਨਹੀਂ ਇੱਕ ਪਹਿਰ ਹੀ ਰਾਤ ਜਿਹੜੀ ਉਹ ਰਹਿੰਦੀ ਹੈ, ਜਾਂ ਇੱਕ ਪਹਿਰ ਹੀ ਰਾਤ ਹੋਈ ਹੈ। ਤੈਂ ਨਹਿ ਪਿਖੀ ਭਲੀ ਬਿਦ ਸੋਈ, ਤੈਂ ਭਾਈ ਬੂੜੇ ਭਲੀ ਤਰ੍ਹਾਂ ਦੇਖੀ ਨਹੀਂ ਹੈ। ਬਹੁਰੋ ਤਿਨ ਜਾ ਦੇਖ ਆਕਾਸ਼ਾ, ਉਹ ਫੇਰ ਬਾਹਰ ਗਏ ਬਾਬਾ ਬੁੱਢਾ ਜੀ, ਫੇਰ ਆਕਾਸ਼ ਵੱਲ ਨਿਗਾਹ ਮਾਰੀ। ਕਹਿਓ ਕਿ ਅਰਧ ਰਾਤ ਸੁਖ ਰਾਸਾ,
ਕਹਿਣ ਲੱਗੇ हे ਸੁੱਖਾਂ ਦੀ ਰਾਸ ਮਹਾਰਾਜ ਜੀ ਨਹੀਂ ਅੱਧੀ ਰਾਤ ਹੀ ਹੈ। 3 ਬਾਰ ਤਿਸ ਬਚਨ ਹਟਾਏ। ਇਉ 3 ਵਾਰੀ ਮਹਾਰਾਜ ਕਹਿਣ ਨਹੀਂ ਪਹਿਰ ਰਾਤ ਉਹ ਕਹਿਣ ਅੱਧੀ ਹੈ। 3 ਵਾਰੀ ਬਚਨ ਇਉ ਮੋੜਿਆ। ਸ੍ਰੀ ਗੁਰ ਕੋ ਆਸੈ ਨਹਿ ਪਾਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਭਾਵ ਸੀ ਕਹਿਣ ਦਾ ਉਹ ਨਹੀਂ ਜਾਣ ਸਕੇ। ਪੁਨ ਲਹਿਣੇ ਸੋ ਕਹਿ ਗਤ ਦਾਈ। ਫਿਰ ਮੁਕਤੀ ਦਾਤੇ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਹੈ, ਤੂੰ ਅਵਲੋਕ ਵਹਿਰ ਅਬ ਜਾਈ। ਭਾਈ ਲਹਿਣਿਆ ਬਾਹਰ ਜਾ ਕੇ ਹੁਣ ਭਾਈ ਤੂੰ ਵੇਖ ਕੇ ਆ। ਜੇਤੀ ਨਿਸ ਹੈ ਦੇਹੁ ਬਤਾਈ। ਜਿੰਨੀ ਰਾਤ ਬਾਕੀ ਰਹਿੰਦੀ ਹੈ ਉਹ ਸਾਨੂੰ ਦੱਸ ਦੇ। ਨਿਕਸਿਓ ਤੂਰਨ ਦੇਰ ਨ ਲਾਈ। ਤੂਰਨ ਕਹਿੰਦੇ ਨੇ ਛੇਤੀ ਨੂੰ, ਉਹ ਵੀ ਝੱਟ ਬਾਹਰ ਨਿਕਲੇ, ਦੇਰੀ ਨਹੀਂ ਲਾਈ ਹੈ। ਉਡਗਨ ਕੋ ਵਿਲੋਕ ਕਹਿ ਬਾਣੀ। ਉਡਗਨ ਤਾਰਿਆਂ ਨੂੰ ਕਹਿੰਦੇ ਆ, ਤਾਰਿਆਂ ਨੂੰ ਵਿਲੋਕ ਕੇ ਭਾਵ ਵੇਖ ਕੇ ਬਚਨ ਕਹਿਣ ਲੱਗੇ। ਅਰਧ ਨਿਸਾ ਅਬ ਸ੍ਰੀ ਗੁਣ ਖਾਨੀ। ਹੇ ਗੁਣਾਂ ਦੀ ਖਾਣ ਸੁਭਾਏ ਮਨ ਸਤਿਗੁਰੂ ਜੀ ਹਾਂ ਅੱਧੀ ਰਾਤ ਰਹਿੰਦੀ ਹੈ। ਗੁਰ ਬੋਲੇ ਦੇਖੋ ਤੁਮ ਨੀਕੇ। ਗੁਰੂ ਸਾਹਿਬ ਕਹਿਣ ਲੱਗੇ ਨਹੀਂ ਭਾਈ ਲੈਣਾ ਫਿਰ ਚੰਗੀ ਤਰ੍ਹਾਂ ਵੇਖ। ਜਾਮ ਜਾਮਨੀ ਹੈ ਅਬ ਠੀਕੇ। ਹੁਣ ਤਾਂ ਪਹਿਰ ਰਾਤ ਹੀ ਹੈ ਜੋ ਚੰਗੀ ਤਰ੍ਹਾਂ ਜਾਣ ਲੈ। ਦੋਹਰਾ ਲਹਿਣਾ ਹਿਰਦੈ ਵਿਚਾਰ ਹੀ ਹੈ ਆਧੀ ਹੀ ਰਾਤ। ਭਾਈ ਲਹਿਣਾ ਜੀ ਬਾਹਰ ਨਿਕਲੇ, ਵੇਖ ਕੇ ਹਿਰਦੇ ਵਿੱਚ ਵਿਚਾਰ ਕਰਦੇ ਨੇ ਵੀ ਰਾਤ ਤਾਂ ਅੱਧੀ ਹੋਈ ਹੈ। ਤਦਪ ਗੁਰੂ ਸੁਭਾਵ ਜੋ ਸੋ ਨਹਿ ਜਾਣਿਓ ਜਾਤ। ਫਿਰ ਵੀ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਸੁਭਾਵ ਹੈ, ਗੁਰੂ ਪਰਮੇਸ਼ਰ ਰੂਪ ਹੈ, ਉਹ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ। ਚੌਪਈ ਇਉ ਮਨ ਗੁਣ ਕੈ ਬੈਨ ਅਲਾਏ। ਫਿਰ ਇਹ ਮਨ ਦੇ ਵਿੱਚ ਵਿਚਾਰ ਕਰਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਪ੍ਰਭ ਮਮ ਨੈਣ ਹੁਤੇ ਅਲਸਾਏ। ਵੀ ਹਾਂ ਪਰਮੇਸ਼ਰ ਸਤਿਗੁਰੂ ਜੀ ਮੇਰੇ ਜਿਹੜੇ ਨੇਤਰ ਨੇ ਆਲਸ ਵਿੱਚ ਸਨ। ਭੂਲ ਕਹਿਓ ਮੈਂ ਆਧੀ ਰਾਤੀ। ਵੀ ਮਹਾਰਾਜ ਮੈਂ ਭੁੱਲ ਕੇ ਹੀ ਕਹਿ ਬੈਠਾ ਕਿ ਅੱਧੀ ਰਾਤ ਹੈ। ਜਾਮ ਏਕ ਹੀ ਅਬ ਸੁਧ ਜਾਤੀ। ਵੀ ਹਾਂ ਮਹਾਰਾਜ ਜੀ ਮੈਂ ਇਹ ਜਾਣ ਲਾ ਚੰਗੀ ਤਰ੍ਹਾਂ ਕਿ ਇੱਕ ਪਹਿਰ ਹੀ ਰਹਿੰਦੀ ਹੈ। ਜਿਤਨ ਬਿਤਾਈ ਤਿਤਨੀ ਬੀਤੀ। ਮਹਾਰਾਜ ਰਾਤ ਦੇ ਕੇ ਜਿੰਨੀ ਤੁਸੀਂ ਬਤੀਤ ਕਰਤੀ ਉਨੀ ਮਹਾਰਾਜ ਜੀ ਬੀਤ ਗਈ। ਰਾਖੀ ਜਿਤੀ ਰਹੀ ਭਲ ਰੀਤੀ। ਜਿੰਨੀ ਮਹਾਰਾਜ ਤੁਸੀਂ ਰਾਤ ਰੱਖੀ ਉਨੀ ਭਲੀ ਪ੍ਰਕਾਰ ਬਾਕੀ ਰਹਿੰਦੀ ਹੈ। ਭਈ ਅਵਗਿਆ ਖੇਮਾ ਕਰੀ ਜੈ। ਮਹਾਰਾਜ ਮੈਂ ਤੁਹਾਡਾ ਬਚਨ ਮੋੜਿਆ, ਇਹ ਮੇਰੇ ਕੋਲੋਂ ਵਗਿਆ ਹੋ ਗਈ, ਇਸ ਕਰਕੇ ਖਿਮਾ ਕਰ ਦਿਓ। ਔਗਣ ਹਾਰ ਸਦਾ ਬਖਸ਼ੀਜੈ। ਅਸੀਂ ਮਹਾਰਾਜ ਔਗਣ ਹਾਰੇ ਹਾਂ ਤੇ ਤੁਸੀਂ ਸਦਾ ਬਖਸ਼ਿੰਦ ਹੋ। ਸੁਣ ਕੈ ਪਰਮ ਪ੍ਰਸਿੱਧੇ ਦਿਆਲਾ। ਇਹ ਸੁਣ ਕਰਕੇ ਭਾਈ ਦਿਆਲੂ ਸਤਿਗੁਰੂ ਜੀ ਪਰਮ ਪ੍ਰਸੰਨ ਹੋਏ। ਲਖਿਓ ਸਭ ਤੇ ਲਹਿਣ ਵਿਸਾਲਾ। ਇਹ ਜਾਣ ਲਿਆ ਕਿ ਭਾਈ ਲਹਿਣਾ ਜੀ ਸਭ ਤੋਂ ਮਹਾਨ ਹਨ। ਪੁਨ ਸਿੱਖੀ ਪਰਖਨ ਮਨ ਠਾਨੀ। ਫੇਰ ਮਹਾਰਾਜ ਨੇ ਸਿੱਖੀ ਦੀ ਪਰਖ ਕਰਨ ਵਾਸਤੇ ਸੋਚਿਆ। ਸੁਨੋ ਕਥਾ ਜਸ ਕੀਏ ਗੁਣ ਖਾਨੀ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿ ਰਹੇ ਨੇ ਭਾਈ ਉਹ ਕਥਾ ਸੁਣੋ ਜਿਵੇਂ ਗੁਣਾਂ ਦੀ ਖਾਣ ਸਤਿਗੁਰੂ ਜੀ ਨੇ ਕੀਤਾ। ਇੱਕ ਦਿਨ ਗੁਰ ਸੁਭਾਵ ਪਲਟਾਇਓ। ਇੱਕ ਦਿਨ ਗੁਰੂ ਸਾਹਿਬ ਜੀ ਨੇ
ਆਪਣੇ ਸੁਭਾਅ ਨੂੰ ਪਲਟਾ ਲਿਆ ਹੈ। ਜੋ ਸਿੱਖ ਆਏ ਸੋ ਦੇਹ ਹਟਾਇਓ। ਜਿਹੜਾ ਵੀ ਕੋਈ ਸਿੱਖ ਆਵੇ ਉਹਨੂੰ ਪਰੇ ਕਰ ਦੇਣ। ਪੁਰ ਤੇ ਨਿਕਸ ਵਹਿਰ ਭੇ ਠਾਡੇ। ਮਹਾਰਾਜ ਸ੍ਰੀ ਕਰਤਾਰਪੁਰ ਸ਼ਹਿਰ ਤੋਂ ਬਾਹਰ ਨਿਕਲ ਕੇ ਖੜ ਗਏ ਹਨ। ਸਿੱਖ ਸੁੱਤ ਦੇਖ ਬਿਸਮਤਾ ਬਾਡੇ। ਸਿੱਖ ਵੇਖਦੇ ਨੇ, ਪੁੱਤਰ ਵੇਖਦੇ ਨੇ ਤੇ ਬਹੁਤ ਹੈਰਾਨੀ ਵੱਧਦੀ ਹੈ। ਰਹੀ ਨ ਸ਼ਰਦਾ ਅਧਕ ਡੋਲਾਨੇ। ਕਈਆਂ ਦੇ ਤਾਂ ਸ਼ਰਦਾ ਜੀ ਅੰਦਰੋਂ ਹਿੱਲ ਗਈ, ਬਹੁਤ ਡੋਲ ਗਏ। ਪੌਣ ਜੋਰ ਜਿਮ ਬਿਟਪ ਹਿਲਾਨੇ। ਜਿਵੇਂ ਭਾਈ ਹਵਾ ਅਜੇ ਬਹੁਤ ਤੇ ਉਹ ਜ਼ਿਆਦੇ ਹਵਾ ਵੱਡੇ ਵੱਡੇ ਦਰਖਤਾਂ ਨੂੰ ਵੀ ਜਿਹੜਾ ਹੈ ਖਲਾ ਦਿੰਦੀ ਹੈ। ਕੇ ਚਿਤ ਤਜ ਸੰਗ ਪੁਰ ਦਿਸ ਆਏ। ਕਈ ਤੇ ਫਿਰ ਵਾਪਸ ਮਹਾਰਾਜ ਨੂੰ ਛੱਡ ਕੇ ਸ਼ਹਿਰ ਵਿੱਚ, ਨਗਰ ਵਿੱਚ ਨੂੰ ਆ ਗਏ। ਮਿਲ ਹੈ ਪਰਸ ਪਰ ਗਿਰਾ ਅਲਾਏ। ਆਪਸ ਵਿੱਚ ਮਿਲਦੇ ਇਹੋ ਜਿਹੀਆਂ ਗੱਲਾਂ ਕਰਦੇ ਹਨ। ਰਹਿਨ ਸੰਗ ਕਿਉਂ ਹੂੰ ਇਨ ਬਨਹੀ। ਵੀ ਮਹਾਰਾਜ ਨੂੰ ਕੀ ਹੋ ਗਿਆ ਹੈ, ਹੁਣ ਇਹਨਾਂ ਦੇ ਨਾਲ ਕਿਵੇਂ ਰਹਿਣਾ ਬਣੇਗਾ। ਅਟ ਪਟ ਬਚਨ ਬਦਨ ਤੇ ਭਨਹੀ। ਇਹ ਤਾਂ ਮੁਖੋਂ ਹੋਰ ਹੀ ਅਟਪਟ ਬਚਨ ਜੇ ਕਹਿਣ ਲੱਗ ਪਏ। ਕਿ ਚਿਤ ਸਿੱਖ ਗੁਰ ਪੀਛੇ ਜਾਵੇ। ਪਰ ਕੁਝ ਸਿੱਖ ਹੈ ਜਿਹੜੇ ਮਹਾਰਾਜ ਦੇ ਪਿੱਛੇ ਜਾ ਰਹੇ ਹਨ। ਤਿਨ ਕੋ ਸਤਿਗੁਰ ਐਸ ਅਲਾਵੇ। ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਇਉਂ ਕਹਿੰਦੇ, ਚੱਲੇ ਜਾਓ ਨਿਜ ਸਦਨ ਮਝਾਰੇ। ਭਾਈ ਤੁਸੀਂ ਵੀ ਆਪਣੇ ਘਰਾਂ ਨੂੰ ਚਲੇ ਜਾਓ। ਹਮ ਪਾਛੇ ਆਵੋ ਕਿਆ ਕਾਰੇ। ਇਹ ਸਾਡੇ ਪਿੱਛੇ ਤੁਹਾਡਾ ਕੀ ਕੰਮ ਹੈ, ਕੀ ਕਰਨ ਆਉਂਦੇ ਹੋ। ਡਰਤ ਜੋਰ ਕਰ ਸਭ ਹਨ ਭਾਖਾ। ਉਹਨਾਂ ਨੇ ਡਰਦਿਆਂ ਨੇ ਹੱਥ ਜੋੜੇ, ਸਾਰੇ ਕਹਿਣ ਲੱਗੇ ਹਨ, ਸਿੱਖ ਪੁੱਤਰ ਤੁਮਰੇ ਗਤ ਕਾਂਖਾ। ਕਹਿਣ ਲੱਗੇ ਵੀ ਮਹਾਰਾਜ ਜੀ ਆ ਜਿੰਨੇ ਸਿੱਖ ਹੈ, ਪੁੱਤਰ ਹੈ, ਸਾਰੇ ਮੁਕਤੀ ਦੇ ਕਾਂਖਸ਼ਾ ਕਹਿੰਦੇ ਨੇ ਇੱਛਾ ਨੂੰ। ਇਹ ਤੁਹਾਡੇ ਕੋਲੋਂ ਮੁਕਤੀ ਦੀ ਇੱਛਾ ਵਾਲੇ ਹਨ। ਆਗੇ ਜਾਏ ਪਸਾਰੀ ਮਾਇਆ। ਤਾਂ ਮਹਾਰਾਜ ਨੇ ਅੱਗੇ ਜਾ ਕੇ ਆਪਣੀ ਮਾਇਆ ਪਸਾਰ ਦਿੱਤੀ। ਜਿਤ ਕਿਤ ਢੇਰ ਰਜਤ ਪਣ ਲਾਇਆ। ਤੇ ਮਹਾਰਾਜ ਨੇ ਜਿੱਥੇ ਕਿੱਥੇ ਦੇਖੋ ਚਾਂਦੀ ਦੇ ਰੁਪਈਆਂ ਦੀਆਂ ਢੇਰ ਜੇ ਲਾ ਦਿੱਤੇ ਹਨ। ਮੁਖ ਤੇ ਕਹਿਓ ਉਠਾਵੋ ਜੇਤਕ। ਮਹਾਰਾਜ ਕਹਿੰਦੇ ਭਾਈ ਜਿਹਨੇ ਇਹ ਉਠਾਉਣੇ ਹਨ, ਜਿੰਨੇ ਚੁੱਕ ਲਵੋ। ਲੈ ਜਾਵੋ ਮੁਰ ਜਾਵੋ ਤੇ ਤੱਕ। ਲੈ ਜਾਓ, ਵਾਪਸ ਚਲੇ ਜਾਓ। ਜਿਹਨੇ ਚੱਕਣੇ ਹੈ, ਜਿੰਨੇ ਤੁਹਾਨੂੰ ਇੱਛਾ ਹੈ ਚੁੱਕ ਲਓ। ਕੇਤਕ ਪੋਟ ਬਾਂਧ ਮੁੜ ਚੱਲੇ। ਕਈ ਫਿਰ ਉਹ ਜਿਹੜੇ ਨੇ, ਹੁਣ ਇਹ ਕਹਿਣ ਦਾ ਭਾਵ ਕੀ ਹੈ ਕਿ ਗੁਰੂ ਗੁਰਮੁਖੋ ਕਸਵੱਟੀ ਲਾਉਂਦਾ ਹੈ। ਕਈ ਤਾਂ ਉਹ ਨੇ ਜਿਹੜੇ ਮਹਾਰਾਜ ਨੇ ਬਚਨ ਬਹੁਤ ਤਾੜਨਾ ਦੇ ਕਰਨ ਲੱਗ ਜਾਣਾ। ਕਈਆਂ ਦੇ ਮਹਾਰਾਜ ਨੇ ਮਾਰਨਾ ਵੀ। ਏਕ ਸਵਾਨ ਦੋਏ ਸਵਾਨੀ ਨਾਲ, ਹੱਥ ਵਿੱਚ ਸੋਟਾ, ਇੱਕ ਕੁੱਤਾ, ਦੋ ਕੁੱਤੀਆਂ, ਉਹ ਮਹਾਰਾਜ ਨੇ ਨਾਲ। ਉਹੋ ਜਿਹਾ ਸਤਿਗੁਰਾਂ ਧਾਨਕ ਰੂਪ ਰਹਾ ਕਰਤਾਰ। ਧਾਨਕਾ ਵਾਲਾ ਰੂਪ ਗੁਰਬਾਣੀ ਵਿੱਚ ਬਚਨ ਆਉਂਦੇ ਆ, ਸਤਿਗੁਰਾਂ ਨੇ ਬਣਾ ਲਿਆ। ਕਈ ਤਾਂ ਉਸੇ ਤੋਂ ਹੀ ਡਰ ਗਏ, ਉਹ ਪਿੱਛੇ ਮੁੜ ਆਏ। ਜਿਹੜੇ ਕਹਿਣ ਵੀ ਨਹੀਂ ਮਹਾਰਾਜ ਆਪਾਂ ਤਾਂ ਨਾਲ ਚੱਲਾਂਗੇ। ਫਿਰ ਮਹਾਰਾਜ ਹੁਣ ਅੱਗੇ ਦੀ ਅੱਗੇ ਵੇਖ ਰਹੇ ਗਾਹਕ ਕਿਹੜਾ ਹੈ। ਆਪਾਂ ਗੁਰੂ ਮਹਾਰਾਜ ਕੋਲ ਆਉਨੇ ਆ। ਕਈ ਤਾਂ ਹੁਣ ਜੇ ਕੋਈ ਤਾੜਨਾ ਦਾ ਬਚਨ ਆ ਜੇ, ਉਸੇ ਤੋਂ ਹੀ ਵਾਪਸ ਹੋ ਜਾਂਦਾ ਵੀ ਨਹੀਂ ਯਾਰ, ਉੱਥੇ ਤਾਂ ਵੀ ਐਂ ਜਿਹੀਆਂ ਗੱਲਾਂ ਹੁੰਦੀਆਂ, ਰਹਿਣ ਹੀ ਦਿੰਦੇ ਆ ਜਾ ਕੇ, ਕੀ ਸੁਣਨੀਆਂ ਵੀ। ਉਹ ਤਾਂ ਫਿਰ ਕਿਉਂਕਿ ਗੁਰਬਾਣੀ ਜੋ ਹੈ ਜਾਂ ਗੁਰੂ ਦਾ ਇਤਿਹਾਸ ਹੈ, ਗੁਰਮੁਖੋ, ਇਹ ਜਦੋਂ ਕਥਾ ਹੁੰਦੀ ਹੈ, ਸਾਡੇ ਔਗਣ ਸਾਡੇ ਸਾਹਮਣੇ ਆਉਂਦੇ ਨੇ। ਇਹ ਤੋਂ ਡਰਨਾ ਨਹੀਂ ਚਾਹੀਦਾ। ਇਹ ਤਾਂ ਮਹਾਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ। ਤੇ ਪਰ ਉਹ ਜੇ ਕੋਈ ਇਉਂ ਆ ਵੀ ਇਹ ਤਾਂ ਐਂ ਲੱਗਦਾ ਹੈ
ਕਿ ਕਿਉਂਕਿ ਗੁਰੂ ਜਿਹੜਾ ਅੰਦਰ ਦੀ ਜਾਣਦਾ ਹੈ। ਕਥਾ ਦੇ ਵਿੱਚ ਸਾਡਾ ਅੰਦਰ ਦਾ ਪਰਦਾ ਮਹਾਰਾਜ ਸਾਡੇ ਸਾਹਮਣੇ ਖੋਲ ਕੇ ਰੱਖਦੇ ਹੈ। ਤੇ ਕੋਈ ਫਿਰ ਭਾਈ ਇਸ ਭਾਵਨਾ ਵਾਲਾ ਕਿ ਦੁਨਿਆਵੀ ਧਨ ਮਿਲ ਜੇ, ਕੋਈ ਕਿਸੇ ਇੱਛਾ ਵਾਲਾ, ਕੋਈ ਕਿਸੇ ਇੱਛਾ ਵਾਲਾ ਹੈ। ਕਿਉਂ ਕੁਝ ਤਾਂ ਡਰਦੇ ਹੀ ਪਿੱਛੇ ਹੋ ਗਏ ਵੀ ਐਂ ਤਾਂ ਵੀ ਰਹਿਣਾ ਔਖਾ ਹੈ, ਇਹ ਤਾਂ ਹੁਣ ਮਹਾਰਾਜ ਹੋ ਰਹੀ ਹੈ ਤਾਂ ਮਹਾਰਾਜ ਮਾਰਦੇ ਵੀ ਹੈ। ਗੁਰੂ ਸਾਹਿਬ ਤਾਂ ਵੀ ਗਰਮ ਬੋਲਦੇ ਨੇ ਤਾਂ ਤਾੜਨਾ ਕਰਦੇ ਆ, ਇਸ ਤੋਂ ਕੀ ਮੁੜ ਗਏ। ਕੁਝ ਜਿਹੜੇ ਨਾਲ ਨੇ ਮਹਾਰਾਜ ਨੇ ਚਾਂਦੀ ਦੇ ਰੁਪਈਆਂ ਦੀਆਂ ਢੇਰੀਆਂ ਲਾਤੀਆਂ। ਗੁਰੂ ਸਾਹਿਬ ਕਹਿੰਦੇ ਜਿੰਨੇ ਚੁੱਕਣੇ ਚੁੱਕ ਲੋ, ਭਾਵ ਜਿਹੜੇ ਮਾਇਆ ਦੇ ਗਾਹਕ ਸੀ। ਉਹ ਫਿਰ ਭਾਈ ਕੇਤ ਕਪੋਟ ਬਾਂਧ ਮੁਰ ਚਾਲੇ, ਕਿੰਨੇ ਜਿਹੜੇ ਸੀ ਪੋਟਲੀਆਂ ਬੰਨ ਕੇ ਮੁੜ ਚੱਲੇ। ਉਹ ਕਹਿੰਦੇ ਇਦੋਂ ਪਰੇ ਗੁਰੂ ਕੀ ਦੇਵੇਗਾ। ਕੇ ਚਿਤ ਗੇ ਆਗੇ ਗੁਰ ਨਾਲੇ, ਕੁਝ ਭਾਈ ਫਿਰ ਅੱਗੇ ਹੋਰ ਮਹਾਰਾਜ ਦੇ ਨਾਲ ਹੀ ਚੱਲੇ। ਪੁਨ ਮਾਇਆ ਗੁਰ ਅਪਰ ਖਿਲਾਰੀ, ਫਿਰ ਮਹਾਰਾਜ ਨੇ ਹੋਰ ਮਾਇਆ ਖਿਲਾਰ ਦਿੱਤੀ। ਜਿਤ ਕਿਤ ਆਸ਼ਰਫੀ ਦੇ ਖਿਲਾਰੀ, ਜਿੱਥੇ ਕਿੱਥੇ ਵੇਖੋ ਸੋਨੇ ਦੀਆਂ ਮੋਹਰਾਂ ਹੀ ਅਸ਼ਰਫੀਆਂ ਹੀ ਦਿਖਾਈ ਦਿੰਦੀਆਂ ਐ। ਕਹਿਓ ਲੈ ਜਾਵੋ ਜਿਤ ਚਾਹੋ, ਮਹਾਰਾਜ ਕਹਿੰਦੇ ਭਾਈ ਲੈ ਜਾਓ ਜਿੰਨੀਆਂ ਚਾਹੁੰਦੇ ਹੋ। ਹਮਰੇ ਪਿੱਛੇ ਮਤ ਕੋ ਆਹੋ, ਮਤਾ ਐਵੇਂ ਹੁਣ ਸਾਡੇ ਪਿੱਛੇ ਕੋਈ ਆਓ ਲੈ ਜਾਓ, ਆਹ ਇਹੀ ਹੈ ਸਾਰਾ ਕੁਝ। ਬਹੁ ਧਨ ਪੋਟ ਬਾਂਧ ਸਿਰ ਧਰੀ, ਉਹਨਾਂ ਵਿੱਚੋਂ ਵੀ ਬਹੁਤਿਆਂ ਨੇ ਪੋਟਣੀ ਬੰਨ ਕੇ ਸਿਰਾਂ ਤੇ ਧਰ ਲਈਆਂ। ਘਰ ਕੀ ਔਰ ਮੁਰੇ ਤੇ ਘਰੀ, ਉਹ ਫਿਰ ਉਸ ਘੜੀ ਘਰ ਨੂੰ ਵਾਪਸ ਮੁੜ ਪਏ। ਪੁਨ ਸਤ ਗੋਰਿਆ ਅੱਗੇ ਕੋ ਜਾਹੀ, ਫੇਰ ਮਹਾਰਾਜ ਅੱਗੇ ਨੂੰ ਜਾਂਦੇ ਹਨ। ਕੇਤਕ ਸਿੱਖ ਪਾਛੇ ਗੁਰ ਤਾਹੀ, ਕੁਝ ਕੁ ਸਿੱਖ ਫੇਰ ਮਹਾਰਾਜ ਦੇ ਪਿੱਛੇ ਹੀ ਤਾਹੀ ਜਾ ਰਹੇ ਹਨ। ਤੋ ਮਾਇਆ ਗੁਰ ਔਰ ਪਸਾਰੀ, ਫੇਰ ਭਾਈ ਸਤਿਗੁਰੂ ਜੀ ਨੇ ਹੋਰ ਮਾਇਆ ਪਸਾਰ ਦਿੱਤੀ। ਅਨਕ ਭਾਂਤ ਜਵਰਾਤ ਖਿਲਾਰੀ, ਅਨੇਕਾਂ ਤਰ੍ਹਾਂ ਦੇ ਜਵਾਹਰਾਤ ਮਹਾਰਾਜ ਨੇ ਖਿਲਾਰ ਦਿੱਤੇ। ਕਹਿਓ ਕਿ ਲੈ ਜਾਵੋ ਇਹ ਭਾਈ, ਮਹਾਰਾਜ ਕਹਿੰਦੇ ਭਾਈ ਆਹ ਚੁੱਕ ਲੋ, ਫਿਰ ਲੈ ਜਾਓ ਜਿੰਨੇ ਚਾਹੁੰਦੇ ਹੋ। ਹਮਰੇ ਪਾਛੇ ਕਿਉਂ ਚਾਲਿਆਈ, ਸਾਡੇ ਪਿੱਛੇ ਕੀ ਕਰਨਾ ਤੁਸੀਂ ਆ ਕਰਕੇ। ਬਹੁ ਨਰ ਲਾਲ ਸਕੇਲ ਉਠਾਏ, ਬਹੁਤ ਲੋਕ ਉਹ ਜਿਨ੍ਹਾਂ ਨੇ ਹੀਰੇ ਜਵਾਹਰਾਤ ਚੁੱਕੇ ਇਕੱਠੇ ਕੀਤੇ ਹਨ। ਪੁਰ ਕੀ ਔਰ ਤਬੈ, ਪੁਰ ਕੀ ਔਰ ਚੱਲੇ ਤਬ ਧਾਏ, ਉਹ ਫਿਰ ਭਾਜੋਂ ਨਗਰ ਦੇ ਵੱਲ ਨੂੰ ਚੱਲ ਪਏ। ਕਛਕ ਸਿੱਖ ਸੁੱਤ ਰਹਿ ਗੁਰ ਪਾਸਾ, ਹੁਣ ਕੁਝ ਸਿੱਖ ਤੇ ਪੁੱਤਰ ਗੁਰੂ ਸਾਹਿਬ ਦੇ ਕੋਲ ਰਹਿ ਗਏ। ਆਗੇ ਬਨ ਆਇਓ ਇੱਕ ਖਾਸਾ, ਅੱਗੇ ਫਿਰ ਜੰਗਲ ਆ ਗਿਆ ਹੈ ਚੰਗਾ ਸੰਘਣਾ। ਤਾਹਾਂ ਸਿੜੀ ਪਰ ਸ਼ਵ ਇੱਕ ਦੇਖਾ, ਉਥੇ ਅਰਥੀ ਦੇ ਉੱਤੇ ਸਿੜੀ ਦੇ ਉੱਤੇ ਇੱਕ ਸ਼ਵ ਭਾਵ ਮੁਰਦਾ ਸਰੀਰ ਵੇਖਿਆ। ਉੱਪਰ ਅੰਬਰ ਸਵੇਤ ਵਸੇਖਾ, ਉਹਦੇ ਉੱਤੇ ਅੰਬਰ ਨਾਮ ਹੈ ਬਸਤਰ ਦਾ, ਸਵੇਤ ਨਾਮ ਹੈ ਚਿੱਟੇ ਦਾ, ਚਿੱਟਾ ਬਸਤਰ ਪਾਇਆ ਹੈ। ਕੇਤਕ ਕਾਸ਼ਟ ਪਰੇ ਸਮੀਪਾ, ਤੇ ਕੋਲ ਕਿੰਨੀਆਂ ਲੱਕੜਾਂ ਪਈਆਂ ਹਨ। ਭਏ ਠਾੜ ਬੇਦੀ ਕੁਲ ਦੀਪਾ, ਬੇਦੀ ਕੁਲ ਨੂੰ ਪ੍ਰਕਾਸ਼ਨ ਵਾਲੇ ਸਤਿਗੁਰੂ ਜੀ ਖੜ ਗਏ। ਸਿੱਖ ਪੁੱਤਰ ਜਬ ਆਨ ਪਹੁੰਚੇ, ਜਦੋਂ ਸਿੱਖ ਤੇ ਪੁੱਤਰ ਕੋਲ ਆ ਪਹੁੰਚੇ ਹਨ। ਤਿਨਹਿ ਸੁਨਾਏ ਭਨੇ ਬਚ ਉੱਚੇ, ਉਹਨਾਂ ਸੁਣਾ ਕੇ ਮਹਾਰਾਜ ਨੇ ਉੱਚੀ ਬਚਨ ਕਹੇ। ਸਿੱਖ ਸੁੱਤ ਹਮਰੇ ਜੇ ਕਹਿਲਾਵੋ, ਭਾਈ ਜੇ ਤੁਸੀਂ ਸਾਡੇ ਸਿੱਖ ਜਾਂ ਪੁੱਤਰ ਕਹਾਉਂਦੇ ਹੋ। ਮਾਨੋ ਬਚਨ ਨ ਸਦਨ ਸਿਧਾਵੋ,
ਸਾਡਾ ਫਿਰ ਬਚਨ ਮੰਨਿਓ, ਹੁਣ ਘਰ ਨੂੰ ਨਾ ਜਾਇਓ। ਪਰਿਓ ਸਿੜੀ ਪਰ ਸਭ ਇਹੋ ਖਾਵੋ। ਆ ਸਿੜੀ ਦੇ ਉੱਤੇ ਹੁਣ ਆਪਾਂ ਜਿਹੜਾ ਹੈ ਅਰਥੀ ਕਹਿੰਦੇ ਆ, ਪਹਿਲਾਂ ਸਿੜੀ ਹੋਈ ਕਹਿੰਦੇ ਹੁੰਦੇ ਸੀ। ਕਹਿੰਦੇ ਆ ਸਿੜੀ ਦੇ ਅਰਥੀ ਦੇ ਉੱਤੇ ਸ਼ਬ ਪਿਆ, ਲੋਥ ਪਈਆ, ਕਰੋ ਇਹਨੂੰ ਖਾਵੋ। ਜੇ ਨਹਿ ਖਾਵੋ ਤੋ ਪਛਤਾਵੋ। ਜੇ ਭਾਈ ਨਹੀਂ ਖਾਵੋਗੇ ਫਿਰ ਪਛਤਾਵੋਗੇ। ਸੁਣ ਬਿਸਮਾਦ ਭਏ ਮਨ ਮਾਹੀ। ਤੇ ਉਹ ਸੁਣ ਕੇ ਮਨ ਦੇ ਵਿੱਚ ਹੈਰਾਨ ਹੋ ਗਏ। ਧੀਰਜ ਰਹਿਓ ਹਿਰਦੈ ਕਿਸ ਨਾਹੀ। ਕਿਸੇ ਦੇ ਵੀ ਹਿਰਦੇ ਵਿੱਚ ਧੀਰਜ ਨਾ ਰਿਹਾ, ਹੌਸਲਾ ਨਾ ਰਿਹਾ। ਅਦਕ ਸੰਗ ਤਜ ਪੁਰ ਦਿਸ ਗਏ। ਬਹੁਤੇ ਤਾਂ ਉਦੋਂ ਹੀ ਸਾਥ ਛੱਡ ਕਰਕੇ ਨਗਰ ਵੱਲ ਚਲੇ ਗਏ। ਬੁੱਢਾ ਭੀ ਝਲ ਮੋਹ ਪਰਵਸੈ। ਉਸ ਸਮੇਂ ਗੁਰਮੁਖੋ ਇੱਕ ਤਾਂ ਭਾਈ ਭਗੀਰਥ ਜੀ ਸਨ ਕੋਲੇ, ਮਹਾਰਾਜ ਦੇ ਕੋਲ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਗੜਵਈ ਦੀ ਸੇਵਾ ਕੀਤੀ ਭਾਈ ਭਗੀਰਥ ਜੀ ਨੇ, ਜਿਹੜੇ ਕਿ ਕਹਿ ਸਕਦੇ ਆ ਕਿ ਜਿਵੇਂ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜੇ ਨਿਰਮਲਾ ਪੰਥ ਹੈ ਨਾ ਗੁਰੂ ਨਾਨਕ ਦੇ ਘਰ ਵਿੱਚ, ਤੇ ਇਹ ਨਿਰਮਲੇ ਪੰਥ ਦੇ ਪਹਿਲੇ ਮੁਖੀ ਭਾਈ ਭਗੀਰਥ ਜੀ ਹੋਏ ਹਨ। ਮਲਸੀਹਾਂ ਨਗਰ ਦਾ ਚੌਧਰੀ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬੜੀ ਕਿਰਪਾ ਸੀ। ਮਲਸੀਹਾਂ ਨੇ ਇਹ ਜਿਹੜੇ ਭਾਈ ਭਗੀਰਥ ਜੀ ਜੱਟ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਪੈਦਾ ਹੋਏ ਤੇ ਨਗਰ ਦੇ ਚੌਧਰੀ ਸਨ। ਮਹਾਰਾਜ ਦੀ ਸੇਵਾ ਕੀਤੀ। ਇਹਨਾਂ ਰਾਹੀਂ ਹੀ ਫਿਰ ਭਾਈ ਮਨਸੁਖ ਲਾਹੌਰ ਦਾ ਖੱਤਰੀ, ਉਹ ਸਤਿਗੁਰੂ ਪਾਤਸ਼ਾਹ ਦੇ ਚਰਨੀ ਲੱਗਿਆ ਤੇ ਭਾਈ ਭਗੀਰਥ ਜੀ ਨੇ ਬਹੁਤ ਸੇਵਾ ਕੀਤੀ ਮਹਾਰਾਜ ਦੀ। ਤਾਂ ਜ਼ਿੰਦਗੀ ਸਤਿਗੁਰੂ ਪਾਤਸ਼ਾਹ ਦੀ ਚਰਨ ਸ਼ਰਨ ਰਹੇ। ਕਹਿਤਾ ਸੀ ਚੌਧਰ ਆਪਣੇ ਪਰਿਵਾਰ ਨੂੰ ਵੀ, ਬੱਚਿਓ ਹੁਣ ਤੁਸੀਂ ਸੰਭਾਲੋ, ਅਸੀਂ ਤਾਂ ਮਹਾਰਾਜ ਦੀ ਸੇਵਾ ਕਰਨੀ ਹੈ। ਇਹੋ ਜਿਹੇ ਨਿਯਮ ਜਿਹੜੇ ਆ ਹੁਣ ਤਾਂ ਛੱਡਦੇ ਨਹੀਂ ਨਾ। ਹੁਣ ਤਾਂ ਕਹਿੰਦੇ, ਜਦੋਂ ਇੱਕ ਨੂੰ ਪੁੱਛਿਆ ਸੀ ਵੀ ਸਿਆਸਤ ਕਦੋਂ ਛੱਡੇਗਾ, ਉਹ ਕਹਿੰਦਾ ਜਦੋਂ ਗਾਹਾਂ ਚਲਿਆ ਗਿਆ। ਹੁਣ ਨਹੀਂ ਹੈ, ਕੋਈ ਸਮਾਂ ਨੀਅਤ ਨਹੀਂ ਹੈ। ਤੇ ਨਹੀਂ ਤਾਂ ਸਮਾਂ ਜਿਹੜਾ ਹੈ, ਚਾਹੇ ਆਪਾਂ ਘਰਾਂ ਪਰਿਵਾਰਾਂ ਵਿੱਚ ਉਮਰ ਦੇ ਹਿਸਾਬ ਨਾਲ ਜ਼ਿੰਮੇਵਾਰੀਆਂ ਛੱਡ ਕਰਕੇ ਸੇਵਾ ਵੱਲ ਹੋਣਾ ਚਾਹੀਦਾ, ਸਤਸੰਗ ਵੱਲ ਹੋਣਾ ਚਾਹੀਦਾ ਹੈ। ਤੋ ਉਸ ਸਮੇਂ ਇੱਕ ਤੇ ਇਹ ਇਤਿਹਾਸ ਵਿੱਚ ਕਵੀ ਰਾਜ ਸੰਤੋਖ ਸਿੰਘ ਜੀ ਨੇ ਲਿਖਿਆ ਭਾਈ ਭਗੀਰਥ ਜੀ ਸੀ, ਇੱਕ ਗੁਰਮੁਖੋ ਬਾਬਾ ਬੁੱਢਾ ਜੀ ਤੇ ਇੱਕ ਭਾਈ ਲਹਿਣਾ ਜੀ। ਬਾਬਾ ਬੁੱਢਾ ਜੀ ਨੇ ਤੇ ਆਪ ਕਿਹਾ, ਫਿਰ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੂੰ ਦੱਸਿਆ ਸੀ, ਕਿਉਂਕਿ ਇਹ ਫਿਰ ਜਿਹੜੀ ਹੈ ਬਾਕੀ ਕਥਾ ਉਹ ਜਿਹੜੀ ਹੈ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਪ ਲਿਖਾਈ। ਉਸ ਸਮੇਂ ਬਾਬਾ ਬੁੱਢਾ ਜੀ ਵੀ ਕੋਲ ਸਨ। ਕਹਿੰਦੇ ਜੀ ਵੀ ਅਸੀਂ ਤਾਂ ਫਿਰ ਜਦੋਂ ਆਹ ਗੱਲ ਕਹੀ ਝਾੜੀਆਂ ਦੇ ਉਹਲੇ ਲੁਕ ਗਏ, ਗੁਰੂ ਅੰਗਦ ਦੇ ਮਹਾਰਾਜ ਇਕੱਲੇ ਰਹਿ ਗਏ। ਤੇ ਉਹ ਕਥਾ ਦੱਸ ਰਹੇ ਹਨ ਕਿ ਇਉਂ ਜੇ ਮਹਾਰਾਜ ਕਹਿੰਦੇ ਭਾਈ ਛਕ ਲੋ ਜਿਹੜਾ ਕੁਝ ਹੈ, ਬਹੁਤੇ ਤਾਂ ਫਿਰ ਛੱਡ ਕੇ ਵਾਪਸ ਚਲੇ ਗਏ। ਬੁੱਢਾ ਭੀ ਝਲ ਮੋਹ ਪ੍ਰਵਸੈ। ਬਾਬਾ ਬੁੱਢਾ ਜੀ ਉਹ ਇੱਕ ਝੱਲ ਝਾੜੀਆਂ ਦੇ ਵਿੱਚ ਪਾਸੇ ਹੋ ਕੇ ਪ੍ਰਵੇਸ਼ ਹੋ ਗਏ। ਜੁਗ ਸੁਤ ਇੱਕ ਲਹਿਣਾ ਤਬ ਰਹੇ। ਦੋਵੇਂ ਪੁੱਤਰ ਨੇ, ਇੱਕ ਭਾਈ ਲਹਿਣਾ ਜੀ ਹਨ, ਉਹ ਰਹਿ ਗਏ। ਤਿੰਨ ਪੈਖ ਸ੍ਰੀ ਸਤਿਗੁਰ ਬਚ ਕਹੇ। ਉਹਨਾਂ ਨੂੰ ਵੇਖ ਕੇ ਸਤਿਗੁਰਾਂ ਨੇ ਬਚਨ ਕਹੇ, ਤੁਮ ਨਹਿ ਗਏ ਠਾੜ ਇਹ ਥਾਨਾ। ਭਾਈ ਤੁਸੀਂ ਨਹੀਂ ਗਏ, ਇਸ ਜਗ੍ਹਾ ਖੜੇ ਹੋ। ਸ਼ਬ ਕੋ ਖਾਹੋ ਬਿਲੰਬਹਿ ਹਾਨਾ। ਕਿਉਂ ਕਰੋ ਫਿਰ ਦੇਰੀ ਛੱਡ ਕੇ ਆ ਮੁਰਦੇ ਨੂੰ ਖਾਓ। ਨਾ ਹੈ ਤਾਂ ਜਾਹੋ ਸਦਨ ਕੋ ਤਾਹੀ। ਨਹੀਂ ਫਿਰ ਘਰ ਨੂੰ ਭਾਜੋ, ਵਾਪਸ ਘਰਾਂ ਨੂੰ ਚਲੇ ਜਾਓ। ਦੋ ਮਹਿ ਕਰੋ ਏਕ ਮਨ ਭਾਹੀ। ਦੋਨਾਂ ਵਿੱਚੋਂ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਇੱਕ ਗੱਲ ਕਰ ਲਓ। ਡਰ ਹਿਰਦੇ ਕੰਪਤ ਤਨ ਸਾਰੇ। ਹਿਰਦਾ ਡਰਦਾ ਮਨ ਤੇ ਤਨ ਸਭ ਦੇ ਕੰਬਦੇ ਹਨ।
ਜੁਗ ਤਾਤਨ ਅਸ ਬਹਿਨ ਉਚਾਰੇ। ਦੋਵਾਂ ਪੁੱਤਰਾਂ ਨੇ ਫਿਰ ਇਸ ਤਰ੍ਹਾਂ ਬਚਨ ਕਹੇ, ਹਮ ਸੁਤ ਨਹਿ ਤਜ ਸਕ ਹੈ ਸ਼ਮ। ਕਹਿੰਦੇ ਜੀ ਅਸੀਂ ਤੁਹਾਡੇ ਪੁੱਤਰ ਹਾਂ, ਅਸੀਂ ਨਹੀਂ ਤੁਹਾਡੀ ਸ਼ਰਨ ਨੂੰ ਛੱਡ ਸਕਦੇ। ਕਠਨ ਅਚਨ ਮੁਰਦੇ ਕੋ ਕੰਮ। ਪਰ ਨਾਲ ਇਹ ਵੀ ਹੈ ਵੀ ਮੁਰਦੇ ਨੂੰ ਖਾਣਾ ਵੀ ਬਹੁਤ ਕਠਨ ਹੈ। ਕਹਿ ਗੁਰ ਨਹਿ ਮਾਨੋ ਬਚ ਮੋਰੇ। ਗੁਰੂ ਸਾਹਿਬ ਕਹਿਣ ਲੱਗੇ ਵੀ ਫਿਰ ਤੁਸੀਂ ਮੇਰੇ ਬਚਨ ਨਹੀਂ ਮੰਨਦੇ। ਹੁਕਮ ਅਕਾਲ ਨ ਪਸ ਕਛ ਤੋਰੇ। ਇਹ ਹੁਕਮ ਅਕਾਲ ਦਾ, ਕੋਈ ਹੋਰ ਕਿਸੇ ਦੇ ਬਸ ਦੀ ਬਾਤ ਨਹੀਂ। ਪੁਨ ਲਹਿਣੇ ਕੀ ਦਿਸ ਗੁਰ ਹੇਰਾ। ਇਉਂ ਫਿਰ ਪੁੱਤਰ ਵੀ ਪਿੱਛੇ ਨੂੰ ਹਟੇ ਐ। ਭਾਈ ਭਗੀਰਥ ਜੀ ਨੇ ਵੀ ਇਹ ਗੱਲ ਦੱਸੀ ਵੀ ਅਸੀਂ ਵੀ ਪਾਸੇ ਖੜੇ ਹੀ ਵੇਖਦੇ ਰਹੇ। ਬਾਬਾ ਬੁੱਢਾ ਜੀ ਸਾਰੇ ਪਾਸੇ ਹੋ ਗਏ, ਮਹਾਰਾਜ ਛੱਡ ਕੇ ਵੀ ਨਹੀਂ ਜਾਣਾ। ਪਰ ਆਹ ਵੀ ਕੰਮ ਔਖਾ ਹੈ, ਮੁਰਦਾ ਖਾਣਾ ਕਿਤੇ ਸੌਖਾ, ਇਹ ਵੀ ਕੰਮ ਔਖਾ ਹੈ। ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਪੁਨ ਲਹਿਣੇ ਕੀ ਦਿਸ ਗੁਰ ਹੇਰਾ, ਭਾਈ ਲਹਿਣਾ ਜੀ ਵੱਲ ਵੇਖਿਆ। ਠਾਡੋ ਧਰਮ ਨ ਤਰਾਸ ਕਨੇਰਾ। ਇਉਂ ਧਰਮ ਵਾਂਗ ਖੜੇ ਹਨ ਤੇ ਕੋਈ ਉਹਨਾਂ ਨੂੰ ਬਹੁਤਾ ਡਰ ਨਹੀਂ। ਰਿਸ ਕਰ ਤਿਸ ਕੋ ਬਚਨ ਉਚਾਰਾ। ਤੇ ਮਹਾਰਾਜ ਨੇ ਫਿਰ ਤਾੜਨਾ ਰਿਸ, ਗੁੱਸੇ ਦੇ ਵਿੱਚ ਆ ਕੇ ਬਚਨ ਕਿਹਾ, ਕਿਉਂ ਠਾਡੋ ਅਬ ਜਾਹੁ ਸਿਧਾਰਾ। ਕਿ ਭਾਈ ਲਹਿਣਿਆ ਤੂੰ ਵੀ ਖੜਾ ਹੈ, ਕਿਉਂ ਠਾਡੋ ਇੱਥੇ ਫਿਰ ਖੜਾ ਕੀ ਕਰਦਾ ਹੈ? ਤੂੰ ਵੀ ਜਾ, ਵਾਪਸ ਹੋ ਜਾ, ਪਿੱਛੇ ਹਟ ਜਾ। ਕਹਿਤ ਭਇਓ ਗੁਰ ਠੌਰ ਨ ਕੋਈ। ਕਹਿਣ ਲੱਗਿਆ ਮਹਾਰਾਜ ਮੇਰਾ ਕੋਈ ਟਿਕਾਣਾ ਨਹੀਂ ਹੈ ਤੁਹਾਡੇ ਬਿਨਾਂ, ਕਿੱਥੇ ਜਾਊਂਗਾ ਮੈਂ? ਕਿਤ ਕੋ ਜਾਹੂੰ ਸ਼ਰਨ ਪ੍ਰਭ ਤੋਹੀ। ਕਿੱਥੇ ਜਾਵਾਂ ਮਹਾਰਾਜ, ਮੈਂ ਤਾਂ ਤੁਹਾਡੀ ਸ਼ਰਨ ਵਿੱਚ ਹਾਂ। ਸੁਨਤ ਕਹਿਓ ਗੁਰ ਜੇ ਨਹਿ ਜਾਵੋ। ਮਹਾਰਾਜ ਸੁਣ ਕੇ ਕਹਿੰਦੇ ਵੀ ਭਾਈ ਲਹਿਣਾ ਜੇ ਨਹੀਂ ਜਾਣਾ, ਤਬ ਬਿਲੰਬ ਬਿਨ ਮੁਰਦਹ ਖਾਵੋ। ਤਾਂ ਫਿਰ ਦੇਰ ਕਰਨਾ। ਬਿਲੰਬ ਬਿਨ, ਬਿਲੰਬ ਦੇਰੀ ਨੂੰ ਕਹਿੰਦੇ ਆ। ਤਾਂ ਦੇਰੀ ਤੋਂ ਬਿਨਾਂ ਭਾਵ ਦੇਰੀ ਛੱਡ ਕੇ ਫਿਰ ਮੁਰਦਾ ਖਾਣਾ ਸ਼ੁਰੂ ਕਰ। ਦੋਹਰਾ ਸੁਨ ਸ੍ਰੀ ਮੁਖ ਤੇ ਬਚਨ ਕੋ। ਸ੍ਰੀ ਲਹਿਣਾ ਤਤਕਾਲ। ਗੁਰੂ ਪਾਤਸ਼ਾਹ ਸੁਭਾਏ ਮਾਨ ਮੁਖ ਤੋਂ ਸੁਨ ਸ੍ਰੀ ਮੁਖ ਤੇ। ਸ੍ਰੀ ਦਾ ਅਰਥ ਇੱਥੇ ਹੈ ਸੁਭਾਏ ਮਾਨ, ਸੋਭਾ ਵਾਲਾ ਮੁਖ। ਮਹਾਰਾਜ ਦੇ ਬਚਨ ਸੁਣ ਕਰਕੇ ਮੁਖ ਤੋਂ ਤੁਰੰਤ ਹੀ ਸ੍ਰੀ ਲਹਿਣਾ ਜੀ ਤਤ ਛਿਨ ਮੁਰਦੇ ਟਿਗ ਗਇਓ ਸਤਿਗੁਰ ਬਚਨ ਪਾਲ। ਤੁਰੰਤ ਹੀ ਗੁਰੂ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ ਮੁਰਦੇ ਦੇ ਕੋਲੇ ਪਹੁੰਚ ਗਏ। ਚੌਪਈ ਸਵੈਤ ਸੁ ਬਸਤਰ ਉਤਾਰਾ ਜਬ ਹੀ। ਜਦੋਂ ਇਹ ਵੀ ਆਉਂਦਾ ਹੈ ਕਥਾ ਵਿੱਚ ਕਿ ਆਲੇ ਦੁਆਲੇ ਗੇੜਾ ਦੇਣਾ ਸ਼ੁਰੂ ਕਰਤਾ। ਮਹਾਰਾਜ ਕਹਿੰਦੇ ਵੀ ਲਹਿਣਿਆ ਕੀ ਗੱਲ ਮਨ ਨਹੀਂ ਕਰਦਾ? ਕਹਿੰਦਾ ਮਹਾਰਾਜ ਹੁਕਮ ਉਡੀਕਦਾ ਹੈ, ਸਿਰ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਾਂ ਕਿ ਪੈਰਾਂ ਵਾਲੇ? ਮਹਾਰਾਜ ਕਹਿੰਦੇ ਖਾਣਾ ਮੁਰਦਾ, ਜਿੱਧਰੋਂ ਮਰਜੀ ਪੜਦਾ ਚੁੱਕ ਤੇ ਸ਼ੁਰੂ ਕਰ। ਉਸ ਸਮੇਂ ਫਿਰ ਸਵੈਤ ਸੁ ਬਸਤਰ ਉਤਾਰਾ ਜਬ ਹੀ। ਜਦੋਂ ਚਿੱਟਾ ਬਸਤਰ ਉੱਪਰ ਦਿੱਤਾ ਉਤਾਰਿਆ, ਦੇਖਿਓ ਨੀਚੇ ਕਛ ਨਹਿ ਤਬ ਹੀ। ਦੇਖਿਆ ਵੀ ਹੇਠਾਂ ਤਾਂ ਪਾਏ ਦੇ ਕੁਝ ਵੀ ਨਹੀਂ ਹੈ। ਲਖ ਆਸਚਰਜ ਰਹਿਓ ਬਿਸਮਾਈ। ਤਾਂ ਇਹ ਚਰਜ ਦੇਖ ਕਰਕੇ ਹੈਰਾਨ ਹੋ ਗਏ। ਧਾਏ ਸਤਿਗੁਰੂ ਪਗ ਲਪਟਾਈ। ਧਾਵਾ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਲਿਪਟ ਗਏ। ਇਹ ਇਤਿਹਾਸਾਂ ਵਿੱਚ ਆਉਂਦਾ ਹੈ, ਕਿਸੇ ਇਤਿਹਾਸਕਾਰ ਨੇ ਲਿਖਿਆ ਵੀ ਉੱਥੇ ਫੁੱਲ ਪਏ ਸੀ ਤੇ ਥੋੜਾ ਕੜਾਹ ਪ੍ਰਸ਼ਾਦ ਪਿਆ ਸੀ। ਕਈਆਂ ਨੇ ਇਕੱਲੇ ਫੁੱਲ ਹੀ ਲਿਖਿਆ, ਉਹਨਾਂ ਤੇ ਪਰਦਾ ਪਾਇਆ ਹੋਇਆ ਸੀ। ਤੇ ਇਉਂ ਹੈ, ਇਹ ਮਹਾਰਾਜ ਦੀ ਸਾਰੀ ਮਾਇਆ ਹੈ। ਇਹ ਵੀ ਜੋ ਇੱਥੇ ਹੁਣ ਸੰਤ ਰੇਣ ਜੀ ਨੇ ਲਿਖਿਆ ਵੀ ਉਹ ਤਾਂ ਇੱਕ ਮਾਇਆ ਸੀ, ਪਰਦਾ ਚੁੱਕਿਆ ਮਾਇਆ ਖਤਮ ਹੋ ਗਈ। ਇਉਂ ਉੱਥੇ ਕੁਝ ਵੀ ਨਹੀਂ ਦੇਖਿਆ। ਲਖ ਅਚਰਜ
ਦੇ ਜਾਂ ਆਸ਼ਚਰਜ ਜਿਹਾ ਹੋ ਕਰਕੇ ਬਿਸਮਾਦ ਵਿੱਚ ਆ ਗਏ। ਧਾਏ ਸਤਿਗੁਰੂ ਪਗ ਲਪਟਾਈ, ਤੇ ਭੱਜ ਕੇ ਗੁਰੂ ਸਾਹਿਬ ਦੇ ਚਰਨਾਂ ਨੂੰ ਲਿਪਟ ਗਏ। ਗੁਰ ਉਠਾਏ ਗਰ ਸੰਗ ਲਗਾਇਓ, ਗੁਰੂ ਸਾਹਿਬ ਨੇ ਉਠਾ ਕੇ ਆਪਣੇ ਗਲ ਲਾ ਲਿਆ ਭਾਈ ਲਹਿਣਾ ਜੀ ਨੂੰ। ਕਹਿਓ ਕਿ ਅਬ ਅੰਗਦ ਤੂੰ ਥਾਇਓ, ਇਉਂ ਅੰਗ ਲੱਗ ਕੇ ਭਾਵ ਸਾਡੇ ਸਰੀਰ ਨਾਲ ਗਲ ਨਾਲ ਲੱਗ ਕਰਕੇ ਹੁਣ ਤੂੰ ਅੰਗਦ ਹੋ ਗਿਆ ਹੈ। ਉੱਥੋਂ ਹੀ ਨਾਂ ਅੰਗਦ ਮਹਾਰਾਜ ਨੇ ਰੱਖਿਆ। ਇਹ ਹੁਣ ਨਹੀਂ ਤਾਂ ਹੁਣ ਤੱਕ ਨਮਸਕਾਰ ਮਹਾਰਾਜ ਨੂੰ ਕਰਦੇ ਸੀ। ਪਹਿਲੀ ਵੇਰ ਹੈ ਕਿ ਭਾਈ ਲਹਿਣਾ ਜੀ ਨੂੰ ਮਹਾਰਾਜ ਨੇ ਗਲ ਲਾਇਆ ਗਲਵੱਕੜੀ ਵਿੱਚ ਲੈ ਕੇ। ਕਹਿਓ ਕਿ ਅਬ ਅੰਗਦ ਤੂੰ ਥਾਇਓ, ਅੰਗ ਲੱਗ ਕਰਕੇ ਅੰਗਦ ਹੋ ਗਿਆ, ਤੂੰ ਅੰਗਦ ਹੋ ਗਿਆ ਹੈ। ਉਹਨਾਂ ਕਹਿਓ ਮੇਰੋ ਜੋ ਰੂਪਾ, ਫਿਰ ਮਹਾਰਾਜ ਕਹਿੰਦੇ ਭਾਈ ਲਹਿਣਾ ਜੋ ਮੇਰਾ ਰੂਪ ਹੈ, ਸੋ ਤੁਮ ਹੋਏ ਹੋ ਪਰਮ ਸਰੂਪਾ, ਮੇਰਾ ਜਿਹੜਾ ਅਸਲ ਰੂਪ ਉਹ ਹੈ ਪਰਮ ਸਰੂਪ ਰੂਪ ਬ੍ਰਹਮ ਰੂਪ। ਹੁਣ ਤੂੰ ਹੈ ਭਾਈ ਲਹਿਣਾ ਸੋ ਤੁਮ ਹੋਏ ਹੋ, ਹੁਣ ਤੂੰ ਉਹ ਹੋ ਗਿਆ ਹੈ ਜੋ ਪਰਮ ਸਰੂਪ ਹੈ। ਸਭ ਸਿੱਖਨ ਕੀ ਰਾਖੀ ਟੇਕਾ, ਸਾਰੇ ਸਿੱਖਾਂ ਦਾ ਆਸਰਾ ਟੇਕ ਤੁਸੀਂ ਰੱਖਣੀ ਹੈ। ਹਿਰਦੈ ਪੂਰਨ ਤੁਮਰ ਵਿਵੇਕਾ, ਤੁਹਾਡਾ ਜਿਹੜਾ ਹਿਰਦਾ ਹੈ ਉਹ ਪੂਰਨ ਵਿਵੇਕ ਰੂਪ ਹੋ ਗਿਆ ਹੈ। ਭਾ ਅਵਲੰਬ ਭਲੇ ਜਗ ਤਾਰਨ, ਇਸ ਤਰ੍ਹਾਂ ਤੁਸੀਂ ਹੁਣ ਸਾਰੇ ਭਾ ਅਵਲੰਬ ਇਸ ਭਵਜਲ ਦੇ ਆਸਰਾ ਰੂਪ ਹੋ ਗਏ ਹੋ, ਸਾਰੇ ਜਗਤ ਨੂੰ ਤਾਰਨ ਵਾਲੇ ਹੋ। ਸਭ ਸਿੱਖਨ ਜਮ ਜਾਲ ਨਿਵਾਰਨ, ਭਾਈ ਲਹਿਣਾ ਹੁਣ ਅੰਗਦ ਰੂਪ ਹੋ ਗਿਆ ਹੈ ਗੁਰੂ ਅੰਗਦ, ਹੁਣ ਤੂੰ ਸਾਰੇ ਸਿੱਖਾਂ ਦਾ ਜਮਾਂ ਦਾ ਜਾਲ ਕੱਟਣ ਵਾਲਾ ਬਣ ਗਿਆ। ਤੁਝ ਸਮਾਨ ਜਗ ਅਪਰ ਨ ਲਖਿਓ, ਤੇਰੇ ਵਰਗਾ ਕੋਈ ਜਗਤ ਵਿੱਚ ਹੋਰ ਨਹੀਂ ਜਾਣਿਆ। ਨੀਕੇ ਸਿੱਖੀ ਬੀਰਜ ਰੱਖਿਓ, ਤੂੰ ਸਿੱਖੀ ਦੇ ਬੀਜ ਨੂੰ ਚੰਗੀ ਤਰ੍ਹਾਂ ਰੱਖਿਆ ਹੈ। ਤਾਓ ਕਸੌਟੀ ਉਤਰਿਓ ਪੂਰਾ, ਤੂੰ ਕਸਵੱਟੀ ਦੇ ਤਾ ਤੇ ਪੂਰਾ ਉਤਰਿਆ ਹੈ। ਬਾਰਹ ਬੰਨੀ ਭਇਓ ਸਰੂਰਾ, ਜਿਵੇਂ ਅੱਗ ਵਿੱਚ ਤਾ ਦੇ ਕਰਕੇ ਸੋਨਾ 12 ਬੰਨੀ ਦਾ ਸ਼ੁੱਧ ਹੋ ਜਾਂਦਾ, ਇਸ ਤਰ੍ਹਾਂ ਤੂੰ ਸੁੰਦਰ ਸਰੂਪ 12 ਬੰਨੀ ਸ਼ੁੱਧ ਰੂਪ ਹੋ ਗਿਆ। ਪ੍ਰੇਮ ਹਰੀ ਤੈਨ ਸਿੱਖਨ ਕਥਾ, ਪ੍ਰੇਮ ਹਰੀ ਤੈਨ ਸਿੱਖਨ ਕਥਾ, ਇਉਂ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਕਿ ਹੇ ਬਾਬਾ ਪ੍ਰੇਮ ਸਿੰਘ ਬੇਦੀ, ਉਹਨਾਂ ਸਿੱਖਾਂ ਦੀ ਜੋ ਕਥਾ ਹੈ, ਪੋਟ ਪਦਾਰਥ ਲੀਨੀ ਜਥਾ, ਉਹ ਅਸੀਂ ਇੰਨੀ ਕੀ ਲਈ ਹੈ ਜਿਵੇਂ ਕੋਈ ਪੋਟਲੀ ਵਿੱਚ ਪਦਾਰਥ ਬੰਨ੍ਹ ਲੈਂਦਾ ਹੈ, ਭਾਵੇਂ ਤੇ ਸੰਖੇਪ ਹੈ। ਜਬ ਗੁਰ ਤੇ ਮੁਖ ਫੇਰ ਜੋ ਆਏ, ਜਦੋਂ ਗੁਰੂ ਸਾਹਿਬ ਤੋਂ ਦੇਖੋ ਪੋੜ ਜਿੰਨੇ ਪਦਾਰਥ, ਉਹਨਾਂ ਸਿੱਖਾਂ ਦੀ ਜਿਹੜੀ ਕਥਾ ਹੈ ਵੀ ਜਿਹੜੇ ਪੋਟਲੀਆਂ ਬੰਨ੍ਹ ਕੇ ਪਦਾਰਥ ਲੈ ਆਏ ਸਨ, ਪੋਟ ਪਦਾਰਥ ਲੀਨੀ ਜਥਾ, ਇਹ ਵੀ ਭਾਵ ਜਬ ਗੁਰ ਤੇ ਮੁਖ ਫੇਰ ਜੋ, ਜਦੋਂ ਵਾਪਸ ਆ ਗਏ ਗੁਰੂ ਸਾਹਿਬ ਵੱਲੋਂ, ਢੀਮ ਈਟ ਪੋਟਨ ਮਹਿ ਪਾਏ, ਜਾ ਕੇ ਪੋਟਲੀਆਂ ਖੋਲਦੇ ਨੇ, ਉਹਦੇ ਵਿੱਚ ਇੱਟਾਂ ਤੇ ਰੋੜੇ ਹੀ ਦਿਸਦੇ ਹਨ। ਬਹੁ ਪਛਤਾਪ ਤਿਨੋ ਨੇ ਕੀਨਾ, ਇਹ ਹੈ ਪਰਮੇਸ਼ਰ ਦੀ ਮਾਇਆ, ਤੇ ਬਹੁਤ ਉਹਨਾਂ ਨੇ ਪਛਤਾਵਾ ਕੀਤਾ। ਫਿਰ ਗੁਰ ਚਰਤ ਲਖ ਭੇ ਮਨ ਦੀਨਾ, ਇਹ ਗੁਰੂ ਸਾਹਿਬ ਦਾ ਕੌਤਕ ਜਾਣ ਕਰਕੇ ਮਨ ਵਿੱਚ ਬਹੁਤ ਦੀਨ ਨਿਮਾਣੇ ਜੇ ਹੋਏ। ਗੁਰੂ ਛੋਰ ਧਨ ਲੈ ਹਮ ਆਏ, ਵੀ ਦੇਖੋ ਗੁਰੂ ਛੱਡ ਕੇ ਅਸੀਂ ਧਨ ਚੁੱਕ ਲਿਆ ਏ। ਛੂਛੇ ਰਹਿ ਕਰ ਕਛ ਨਹਿ ਆਏ, ਤੇ ਖਾਲੀ ਰਹਿ ਗਏ, ਹੱਥਾਂ ਵਿੱਚ ਕੁਝ ਵੀ ਨਹੀਂ ਆਇਆ। ਹੇ ਗੁਰ ਮੇਰੇ ਇਹੋ ਅਰਦਾਸਾ, ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਹੇ ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਓ, ਮੇਰੀ ਇਹ ਬੇਨਤੀ ਅਰਦਾਸ ਹੈ। ਮਨ ਰਾਖੋ ਮਹਿ ਦ੍ਰਿੜ ਭਰਵਾਸਾ,
ਕਿ ਮਨ ਦੇ ਵਿੱਚ ਮਹਾਰਾਜ ਕਿਰਪਾ ਕਰਨੀ ਵੀ ਦ੍ਰਿੜ ਭਰੋਸਾ ਵੱਜਿਆ ਰਹੇ। ਸੁਨੋ ਕਥਾ ਇਤ ਸਤਿਗੁਰ ਕੇਰੀ। ਹੁਣ ਇਧਰ ਸਤਿਗੁਰੂ ਪਾਤਸ਼ਾਹ ਜੀ ਦੀ ਕਥਾ ਸਰਵਣ ਕਰ ਲਓ। ਸ੍ਰੀ ਅੰਗਦ ਪਰ ਕਿਰਪਾ ਕਨੇਰੀ। ਜੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉੱਤੇ ਬੇਅੰਤ ਕਿਰਪਾ ਹੋਈ। ਸਵਈਆ ਜੰਗਮ ਔਜੜ ਜਾਹੇ ਰਚੇ। ਗੁਰੂ ਸਾਹਿਬ ਨੇ ਕੀ ਬਚਨ ਕਹੇ ਉੱਥੇ? ਜੰਗਮ ਔਜੜ ਜਾਹੇ ਰਚੇ। ਜੜ ਹੈ ਤੇ ਜੰਗਮ, ਜੰਗਮ ਦਾ ਭਾਵ ਹੈ ਜਿਹੜੇ ਤੁਰਦੇ ਫਿਰਦੇ ਆ, ਤੇ ਜੜ ਜਿਹੜੇ ਇੱਕ ਜਗ੍ਹਾ ਹਨ। ਜਿਵੇਂ ਦਰਖਤ ਹੈ ਜੜ ਜੂਨੀ ਹੈ, ਇੱਕ ਜੰਗਮ ਜੂਨੀ ਹੁੰਦੀ ਹੈ, ਇੱਧਰ ਉੱਧਰ ਤੁਰਨਾ। ਪੰਛੀ ਹੈ, ਮਨੁੱਖ ਹੈ, ਪਸ਼ੂ ਹੈ, ਹੋਰ ਜਾਨਵਰ, ਸਾਰੇ ਜੰਗਮ ਜੂਨੀ ਹੈ। ਜੋ ਇੱਕ ਜਗ੍ਹਾ ਜਿਵੇਂ ਪੱਥਰ ਪਿਆ ਹੈ, ਹੋਰ ਇਹ ਸਾਰੀ ਬਨਸਪਤੀ ਇਹ ਜੜ ਜੂਨੀ ਹੈ। ਜੰਗਮ ਔਜੜ ਜਾਹੇ ਰਚੇ। ਜਿਸ ਅਕਾਲ ਪੁਰਖ ਨੇ ਇਹ ਜੜ ਤੇ ਚੇਤਨ ਦੋਵੇਂ ਜੂਨਾਂ ਰਚੀਆਂ ਹਨ। ਨਰ ਨਾਰਨ ਕੇ ਜਨ ਚਿੰਨ ਬਨਾਏ। ਜਿਨ੍ਹਾਂ ਨੇ ਭਾਈ ਫਿਰ ਦੇਖੋ ਨਰ ਨਾਰ ਨੇ, ਇਸਤਰੀ ਔਰ ਪੁਰਸ਼, ਨਰ ਤੇ ਮਾਦਾ, ਇਹ ਮਹਾਰਾਜ ਨੇ ਸਰੂਪ ਅਕਾਲ ਪੁਰਖ ਨੇ ਚਿੰਨ ਬਣਾਏ। ਜੋਤ ਸਰੂਪ ਅਨੂਪ ਸਰੂਪ ਹੈ। ਐਸਾ ਜੋ ਅਕਾਲ ਪੁਰਖ ਜੋਤੀ ਸਰੂਪ, ਅਨੂਪ, ਅਨਊਪ, ਉਪਮਾ ਤੋਂ ਵੀ ਉੱਪਰ ਸਰੂਪ ਵਾਲਾ ਹੈ। ਭੂਪਨ ਭੂਪ ਜੋ ਰਾਵਨ ਰਾਏ। ਜੋ ਰਾਜਿਆਂ ਦਾ ਵੀ ਰਾਜਾ ਤੇ ਰਾਵਨ ਰਾਏ। ਇਸ ਤਰ੍ਹਾਂ ਵੱਡੇ ਤੋਂ ਵੱਡੇ ਜਿਹੜੇ ਭੂਪਾਂ ਦੇ ਵੀ ਭੂਪ ਹੈ, ਰਾਜਿਆਂ ਦੇ ਵੀ ਰਾਜੇ, ਉਹਨਾਂ ਦਾ ਵੀ ਮਹਾਨ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸਾ ਅਕਾਲ ਪੁਰਖ ਆਦ ਅਨਾਦ ਅਗਾਧ ਆਬਾਦ, ਜੋ ਸਭ ਦਾ ਆਦਿ ਸਰੂਪ ਹੈ। ਭਾਵ ਜਦੋਂ ਕੁਝ ਨਹੀਂ ਸੀ, ਮੁੱਢ ਤੋਂ ਵੀ ਪਹਿਲਾਂ ਉਹ ਸੀ। ਅਨਾਦ ਅਨਾਦ ਅਨਾਦ, ਉਹ ਹੱਦ ਤੋਂ ਵੀ ਜੋ ਹੈ ਉਹਦੀ ਕੋਈ ਹੱਦ ਵੀ ਨਹੀਂ ਹੈ। ਐਸਾ ਹੱਦ ਤੋਂ ਰਹਿਤ। ਅਗਾਧ ਬੇਅੰਤ ਡੂੰਘਾ ਹੈ, ਉਹਦੀ ਡੂੰਘਾਈ ਵੀ ਨਹੀਂ ਕੋਈ ਨਾਪ ਸਕਦਾ। ਆਬਾਦ, ਆਬਾਦ ਕੀ ਬਾਦ ਨਾਸ਼ ਹੋਣਾ, ਉਹਦਾ ਨਾਸ਼ ਵੀ ਨਹੀਂ ਹੁੰਦਾ। ਐਸਾ ਜੋ ਨਾਸ਼ ਰਹਿਤ। ਅਰਾਧਤ ਸਾਧ ਸਦਾ ਚਿਤ ਲਾਏ। ਜਿਹਨੂੰ ਭਾਈ ਸਾਧੂ ਸੰਤ ਗੁਰਮੁਖ ਹਮੇਸ਼ਾ ਮਨ ਚਿੱਤ ਲਾ ਕੇ ਰਾਧਦੇ ਹਨ। ਸੋ ਨਾਨਕ ਕੌਣ ਹੈ? ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਨਾਨਕ ਠਾਨ ਲਈ ਮਨ। ਹੁਣ ਉਸ ਭਾਈ ਅਕਾਲ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨ ਦੇ ਵਿੱਚ ਇਹ ਫੈਸਲਾ ਕਰ ਲਿਆ ਹੈ, ਅੰਗਦ ਦੇਹ ਮੈਂ ਜਾਉ ਸਮਾਏ, ਕਿ ਹੁਣ ਮੈਂ ਆਤਮਿਕ ਤੌਰ ਤੇ ਜੋਤ ਰੂਪ ਦੇ ਵਿੱਚ ਇਸ ਅੰਗਦ ਦੀ ਦੇਹੀ ਵਿੱਚ ਸਮਾ ਜਾਵਾਂ। ਗੁਰੂ ਜੋਤ ਗੁਰੂ ਅੰਗਦ ਦੇ ਪਾਤਸ਼ਾਹ ਦੀ ਦੇਹੀ ਵਿੱਚ ਸਮਾ ਜਾਵਾਂ, ਐਸਾ ਮਨ ਵਿੱਚ ਫੈਸਲਾ ਕਰ ਲਿਆ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ, ਪਹਿਲੇ ਮਹੱਲੇ ਦੇ ਸਿੱਖੀ ਪਰਖਨ ਔਰ ਗੁਰਤਾ ਦੇਵਨ, ਸਿੱਖੀ ਦੀ ਪਰਖ ਕਰਨੀ ਤੇ ਗੁਰਤਾ ਗੱਦੀ ਦੇਵਨ ਦਾ ਪ੍ਰਸੰਗ ਵਰਣਨ। ਇਹ ਪ੍ਰਸੰਗ ਵਰਣਨ ਕੀਤਾ। ਨਾਮ 61ਵਾਂ ਮੰਦਰ ਹੈ, 61ਵਾਂ ਇਹ ਘਰ ਹੈ। ਦੋ ਹੋਰਾ ਅੱਗੇ 62ਵੇਂ ਘਰ ਦਾ ਪ੍ਰਸੰਗ ਦੱਸ ਰਹੇ ਹਨ। ਕਰ ਕਾਗਜ ਨਿਜ ਹਿਰਦੇ ਕੋ ਮਸੂ ਸੁਮਤ ਬਨਾਏ। ਸੰਤ ਰੇਣ ਪ੍ਰੇਮ ਸਿੰਘ ਜੀ ਹੁਣ ਭਾਈ ਅੱਗੇ ਮੰਗਲ ਕਰਕੇ 62ਵਾਂ ਘਰ ਦਾ ਪ੍ਰਸੰਗ ਸ਼ੁਰੂ ਕਰਦੇ ਆ। ਮੰਗਲ ਕੀ ਹੈ? ਕਰ ਕਾਗਜ ਨਿਜ ਹਿਰਦੇ ਕੋ। ਭਾਈ ਮੈਂ ਆਪਣੇ ਹਿਰਦੇ ਨੂੰ ਕਾਗਜ ਬਣਾ ਕਰਕੇ ਮਸੂ ਸੁਮਤ ਬਣਾਏ, ਸ੍ਰੇਸ਼ਟ ਮਤ ਰੂਪੀ ਸ਼ਾਹੀ ਬਣਾ ਕਰ। ਸ੍ਰੀ ਸਤਿਗੁਰ ਕੋ ਜਸ ਲਿਖੈ ਹੈ ਤਬ ਹੈ ਪਰਮ ਗਤ ਪਾਏ।
ਇਸ ਤਰ੍ਹਾਂ ਸ੍ਰੀ ਗੁਰੂ ਪਾਤਸ਼ਾਹ ਸਤ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਬੁੱਧੀ ਰੂਪੀ ਸ਼ਾਹੀ ਦੇ ਨਾਲ ਹਿਰਦੇ ਰੂਪੀ ਕਾਗਜ਼ ਤੇ ਲਿਖ ਲਵਾਂ, ਤਵਹਿ ਫੇਰ ਹੀ ਭਾਈ ਪਰਮਗਤ ਪਾਏ। ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਚੌਪਈ ਕਰ ਮੈਂ ਕਰ ਲੇ ਕਰ ਅਭਿਮ ਰਾਮਾ, ਕਰ ਮੈਂ ਕਰ ਲੇ ਕਰ ਅਭਿਰਾਮਾ। ਹੱਥ ਦੇ ਵਿੱਚ ਹੱਥ ਲੈ ਕੇ, ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਪਵਿੱਤਰ ਹੱਥ ਵਿੱਚ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਹੱਥ ਫੜ ਕਰਕੇ ਅਭਿਰਾਮਾ ਜੋ ਭਾਈ ਸੁੰਦਰ ਸਰੂਪ ਸ੍ਰੀ ਅੰਗਦ ਸੰਗ ਲੈ ਸੁਖ ਧਾਮਾ, ਤਿਉਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁੱਖਾਂ ਦੇ ਧਾਮ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਲੈ ਕੇ ਧਰਮਸਾਲ ਮਹਿ ਆਨ ਬਿਰਾਜੇ, ਧਰਮਸਾਲ ਵਿੱਚ ਆ ਬਿਰਾਜੇ ਹਨ। ਜੋ ਸਿੱਖਨ ਕੇ ਸਭ ਸੁਖ ਸਾਜੇ, ਜਿਹੜੇ ਭਾਈ ਸਿੱਖਾਂ ਨੂੰ ਸਾਰਾ ਸੁਖ ਸਾਜਣ ਵਾਲੇ ਹਨ। ਸ੍ਰੀ ਅੰਗਦ ਬਿਠਾਏ ਤੇ ਕਾਲਾ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਉਸ ਸਮੇਂ ਕੋਲ ਬਿਠਾਇਆ। ਸੰਗਤ ਸਰਬ ਬੁਲਾਏ ਵਿਸਾਲਾ, ਬੇਅੰਤ ਸਾਰੀਆਂ ਸੰਗਤਾਂ ਨੂੰ ਕੋਲ ਬੁਲਾ ਲਿਆ। ਦੋਨੋਂ ਸੁੱਤ ਕੋ ਨਿਕਟ ਹਕਾਰਾ, ਦੋਵੇਂ ਪੁੱਤਰਾਂ ਨੂੰ ਵੀ ਕੋਲ ਸੱਦਿਆ ਹੈ। ਆਏ ਸਭ ਧਰਮਸਾਲ ਮਝਾਰਾ, ਸਾਰੇ ਧਰਮਸ਼ਾਲਾ ਦੇ ਵਿੱਚ ਆ ਗਏ। ਅੰਗਦ ਕੋ ਕਰਨ ਜੁਤ ਹੇਰਾ, ਤਾਂ ਭਾਈ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਰਨ ਕਿਰਪਾ ਦੀ ਦ੍ਰਿਸ਼ਟੀ ਨਾਲ ਕਿਰਪਾ ਸਹਿਤ ਵੇਖ ਕਰ ਲੈ 5 ਪੈਸੇ ਏਕ ਨਲੇਰਾ, 5 ਪੈਸੇ ਤੇ 1 ਨਾਰੀਅਲ ਲਲੇਰ ਲਿਆ। ਉਹਦਾ ਭਾਵ ਕੀ ਹੈ? 5 ਪੈਸੇ, ਬਹੁਤ ਵਾਰੀ ਇਹ ਦੱਸਿਆ ਜਿਹੜਾ ਕਥਾ ਸੁਣਦੇ ਹੋ ਲਗਾਤਾਰ। 5 ਪੈਸੇ ਸੀ, ਇੱਕ ਪੈਸੇ ਦੇ 5 ਸਿੱਕੇ, ਪੰਜੀ ਨਹੀਂ ਸੀ, ਭਾਵ 5 ਵੱਖਰੇ ਵੱਖਰੇ, ਇੱਕ ਪੈਸੇ ਦੇ 5 ਸਿੱਕੇ ਲੈ ਕੇ ਤੇ 1 ਲਲੇਰ। ਉਹ ਕੀ ਹੈ ਕਿ 5 ਦਾ ਭਾਵ ਕੀ ਹੈ? ਕਿਉਂ ਮਹਾਰਾਜ ਨੇ ਰੀਤੀ ਅਪਣਾਈ ਵੀ 5 ਪੈਸੇ ਤੇ ਲਲੇਰ ਰੱਖ ਕੇ ਮੱਥਾ ਟੇਕ ਕੇ ਗੁਰਤਾ ਗੱਦੀ ਦੇਣੀ, ਇਹ ਯਾਦ ਰੱਖਣਾ। ਇਹਦੇ ਪਿਛਲਾ ਭਾਵ ਕੀ ਹੈ? 5 ਪੈਸੇ ਰੱਖਣ ਦਾ ਭਾਵ ਸੀ ਕਿ ਜਿੰਨੀ ਕੁਦਰਤ ਸ੍ਰਿਸ਼ਟੀ ਹੈ ਉਹ 5 ਤੱਤਾਂ ਨਾਲ ਰਚੀ ਹੈ। ਜਦੋਂ ਗੁਰਤਾ ਗੱਦੀ ਦਿੰਦੇ ਜਿਸ ਵੀ ਗੁਰੂ ਨੂੰ, ਭਾਵ ਕਿ ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਨੇ 5 ਪੈਸੇ ਲਏ, ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਰੱਖਤੇ ਕਿ ਅੱਜ ਤੋਂ ਜਿਹੜੀ 5 ਤੱਤਾਂ ਦੀ ਕੁਦਰਤ ਸ੍ਰਿਸ਼ਟੀ, 5 ਤੱਤ ਤੇ ਸਾਰੀ ਸ੍ਰਿਸ਼ਟੀ ਤੁਹਾਡੇ ਚਰਨਾਂ 'ਚ ਹੈ। ਫਿਰ ਲਲੇਰ, 5 ਤੱਤ ਨੇ ਤੇ ਲਲੇਰ ਦਾ ਭਾਵ ਕੀ ਹੈ ਕਿ ਜਿੰਨਾ ਵੀ ਇਹ ਸਾਰੇ ਬ੍ਰਹਮੰਡ ਰੂਪ ਹੈ, ਇਹਦੇ ਤੇ ਜਿਵੇਂ ਲਲੇਰ ਦੇ ਉੱਤੇ ਬਾਲ ਜੇ ਹੁੰਦੇ ਆ। ਇੱਕ ਤਾਂ ਹੁੰਦਾ ਹੁਣ ਉਹ ਆਮ ਕਈ ਅਖੰਡ ਪਾਠ ਸਾਹਿਬ ਦੇ ਦੌਰਾਨ ਜਾਂ ਸਹਿਜ ਪਾਠ ਦੇ ਸਮੇਂ ਲਲੇਰ ਰੱਖਦੇ ਆ, ਤੇ ਉਹ ਠੀਕ ਹੈ ਵੀ ਜਿਹੜੀ ਰਹਿਤ ਮਰਜ਼ਾਦਾ ਛਪਦੀ ਹੈ ਉਹਦੇ ਵਿੱਚ ਲਿਖਿਆ ਵੀ ਇਹ ਇੱਕ ਮਾਨ ਮੱਤ ਹੈ। ਚਲੋ ਮਨ ਦੀ ਗੱਲ ਹੈ ਨਾ, ਤੇ ਅਸਲ ਵਿੱਚ ਹੁਣ ਇਹ ਉਹ ਕੀ ਹੈ? ਇਹ ਤਾਂ ਹੁਣ ਬਾਅਦ ਵਿੱਚੋਂ ਬਣ ਗਈ 1936 'ਚ। ਉਦੋਂ ਪਹਿਲਾਂ ਵੀ ਤਾਂ ਕੋਈ ਮਰਜ਼ਾਦਾ ਹੋਊਗੀ। ਗੁਰੂ ਮਹਿਰ ਸਾਹਿਬਾਂ ਮੌਕੇ ਕਿੰਨਾ ਸਿੰਘਾਂ ਦਾ ਰਿਹਾ ਵੀ ਪਹਿਲਾਂ ਸਾਰਾ ਬਿਨਾਂ ਮਰਜ਼ਾਦਾ ਤੋਂ ਹੀ ਰਿਹਾ। ਜਿਹੜਾ ਹੁਣ ਰੌਲਾ ਪੈਂਦਾ ਵੀ ਆਹ ਜੀ ਮਰਜ਼ਾਦਾ ਹੈ, ਤੇ ਹੁਣ ਉਹਦੇ ਵਿੱਚ ਤਾਂ ਲਿਖਿਆ 3 ਬਾਣੀਆਂ ਸਵੇਰ ਦੀਆਂ, 2 ਸ਼ਾਮ ਦੀਆਂ, ਤੇ ਇਤਿਹਾਸ ਪੜ੍ਹਦੇ ਆ ਇਹਦੇ ਵਿੱਚ ਤਾਂ ਬਕਾਇਦਾ ਮਹਾਰਾਜ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਆਨੰਦ ਸਾਹਿਬ ਉਚਾਰਿਆ ਤੇ ਬਕਾਇਦਾ ਕਿਹਾ ਵੀ ਭਾਈ ਹਰੇਕ ਸਿੱਖ ਅੰਮ੍ਰਿਤ ਵੇਲੇ ਪੜ੍ਹਿਆ ਕਰੇ। ਤੇ ਪ੍ਰਾਤਨ ਜਿਹੜੇ ਸਿੰਘਾਂ ਦਾ ਜੀਵਨ ਪੜ੍ਹ ਲਓ ਤਾਂ 5 ਗ੍ਰੰਥ ਹੀ ਪੜ੍ਹਦੇ ਹੁੰਦੇ ਸਨ, ਕਿੰਨੀਆਂ ਬਾਣੀਆਂ। ਉਹ ਠੀਕ ਹੈ ਵੀ ਉਦੋਂ ਮਾਹੌਲ ਐਸਾ ਸੀ, ਉਹਨਾਂ ਨੇ ਆਪ ਦੀ ਸਹੂਲਤ ਲਈ ਇੰਨੀਆਂ ਕੁ ਬਣਾ ਲੀਆਂ ਵੀ ਆਪਾਂ ਆਪਦੀ ਮਰਜ਼ੀ ਨਾਲ ਕੰਮ ਕਰ ਲਓ। ਤੇ
ਹੁਣ ਉਹ ਕਹਿੰਦੇ ਜੀ ਇਹਦੇ ਚ ਨਹੀਂ ਬਦਲਾਅ ਹੋ ਸਕਦਾ। ਕਿਉਂ ਬਦਲਾਅ? ਇਹ ਕੋਈ ਗੁਰੂ ਸਾਹਿਬਾਂ ਨੇ ਬਣਾ ਕੇ ਦਿੱਤੀ ਹੈ, ਬਦਲਾਅ ਨਹੀਂ ਹੋ ਸਕਦਾ। ਇਹ ਉਸ ਸਮੇਂ ਉਹਨਾਂ ਨੇ ਬਣਾ ਲਈ ਬੁੱਧੀ। ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਆਪਾਂ ਕਹਿੰਦੇ, ਤੇ ਮਨੁੱਖ ਨੇ ਬਣਾਈ ਹੈ ਤੇ ਉਹਦੇ ਵਿੱਚ ਬਦਲਾਅ ਕਰ ਸਕਦਾ ਹੈ ਪੰਥ ਜਦੋਂ ਮਰਜ਼ੀ ਕਰ ਲੇ। ਇਹ ਚ ਕੋਈ ਐਸੀ ਗੱਲ ਨਹੀਂ ਹੈ। ਤੇ ਇਹਦੀ ਆੜ ਵਿੱਚ ਫਿਰ ਬਹੁਤ ਲੋਕ ਹੈ ਜਿਹੜੇ ਸੰਪਰਦਾਵਾਂ ਨੂੰ ਨਿੰਦੀ ਜਾਂਦੇ ਆ, ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਨਿੰਦੀ ਜਾਂਦੇ ਆ, ਤੇ ਉਹ ਮਦ ਪੜ੍ਹ ਦਿੰਦੇ ਆ। ਕਹਿੰਦੇ ਜੀ ਦੇਖੋ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਵਾਕਰ ਕਿਸ ਕੋਈ ਗ੍ਰੰਥ ਦਾ ਪ੍ਰਕਾਸ਼ ਨਹੀਂ ਕਰਨਾ। ਤੇ ਫਿਰ ਉਹ ਇਸ ਆੜ ਦੇ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਨਿੰਦਾ ਕਰਦੇ ਆ। ਕਿਉਂ ਪ੍ਰਕਾਸ਼? ਕੋਈ ਰਹਿਤ ਮਰਜ਼ਾਦਾ ਲਿਖਿਆ ਵੀ ਦਸਮ ਗ੍ਰੰਥ ਦੀ ਨਿੰਦਾ ਕਰੋ, ਕਿੰਨਾ ਸ਼ਬਦ ਬੋਲਦੇ ਆ। ਤੇ ਉਹ ਭਾਵ ਹੈ ਕਿ ਹੁਣ ਕੋਲ ਤਾਂ ਪ੍ਰਕਾਸ਼ ਹੋ ਸਕਦਾ, ਕੋਈ ਇਤਿਹਾਸ ਆਪਾਂ ਪੜ੍ਹਦੇ ਹਾਂ ਤਾਂ ਵੀ ਪ੍ਰਕਾਸ਼ ਕਰਦੇ ਹਾਂ ਪੋਥੀ। ਫਿਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ 12 ਕੋਈ ਕਥਾ ਕਰਨੀ ਹੈ, ਕੋਲ ਤਾਂ ਪ੍ਰਕਾਸ਼ ਕਰਨਾ ਹੀ ਪੈਣਾ। ਤੇ ਸ੍ਰੀ ਦਸਮ ਗ੍ਰੰਥ ਵਡ ਅਕਾਰੀ ਗ੍ਰੰਥ ਹੈ, ਨੰਬਰ 2 10ਵੇਂ ਪਾਤਸ਼ਾਹ ਦੀ ਬਾਣੀ ਹੈ। ਇਸ ਕਰਕੇ ਉਹਨੂੰ ਬਕਾਇਦਾ ਉਸ ਪਵਿੱਤਰ ਗ੍ਰੰਥ ਨੂੰ ਪਾਲਕੀ ਤੇ ਰੁਮਾਲਿਆਂ ਸਮੇਤ ਉਸੇ ਤਰ੍ਹਾਂ ਚੌਰ ਦੇ ਨਾਲ ਪ੍ਰਕਾਸ਼ ਕੀਤਾ ਜਾਂਦਾ ਹੈ, ਕਿਉਂਕਿ ਉਹਦੇ ਚ ਗੁਰੂ ਦੀ ਬਾਣੀ ਹੈ। ਬਾਕੀ ਜਿਹੜਾ ਹੈ ਜਿਵੇਂ ਭਾਈ ਗੁਰਦਾਸ ਜੀ ਦਾ ਜਾਂ ਭਾਈ ਨੰਦ, ਇਹ ਸਿੱਖਾਂ ਦੀ ਬਾਣੀ ਹੈ। ਤੇ ਇਸ ਕਰਕੇ ਜਾਂ ਕਿਸੇ ਨੇ ਇਤਿਹਾਸ ਲਿਖਿਆ, ਇਹਨੂੰ ਆਪਾਂ ਚੌਰ ਨਹੀਂ ਕਰ ਸਕਦੇ ਬਾਕੀਆਂ ਨੂੰ। ਤੇ ਗੁਰੂ ਦੀ ਬਾਣੀ ਨੂੰ ਚੌਰ ਹੋ ਸਕਦਾ ਹੈ, ਗੁਰੂ ਦੀ ਬਾਣੀ ਪੜ੍ਹੀ ਜਾ ਸਕਦੀ ਹੈ, ਗੁਰੂ ਦੀ ਬਾਣੀ ਦੇ ਖੰਡ ਪਾਠ ਸਹਿਜ ਪਾਠ ਹੋ ਸਕਦੇ ਨੇ, ਇਹ ਸਾਰਾ ਕੁਝ ਹੈ। ਇਸ ਕਰਕੇ ਇਹ ਬਹੁਤ ਜੇ ਗੁੰਝਲ ਵਾਲੀਆਂ ਬਾਤਾਂ। ਤੇ ਕਈ ਫਿਰ ਜਾਣ ਬੁੱਝ ਕੇ ਜਿਹੜੇ ਹੈ ਨਾ ਉਹ ਇਹ ਆਪਣੀ ਮਰਜ਼ੀ ਨਾਲ ਇਹ ਜੀ ਅਕਾਲ ਤਖਤ ਤੋਂ ਜੋ ਪ੍ਰਵਾਨਤ ਰਹਿਤ ਮੈਂ ਉਹ ਚਾਹੇ ਲਿਖਿਆ। ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਉਹ ਜਿਹੜੀਆਂ ਹਨ ਉਹ ਸਾਰਾ ਸਪਸ਼ਟ ਉਹਦੇ ਵਿੱਚ ਹੋਣਾ ਚਾਹੀਦਾ ਹੈ। ਤੇ ਹੌਲੀ ਹੌਲੀ ਸਭ ਮਾਲਕ ਦੀ ਕਿਰਪਾ ਹੋਵੇਗੀ। ਰਹੋ ਵਿਚਾਰ। ਤੇ ਉਸ ਸਮੇਂ ਲੈ 5 ਪੈਸੇ ਏਕ ਨਲੇਰਾ ਗੱਲ ਚੱਲੀ ਸੀ ਵੀ ਲਲੇਰ ਉਹ ਰੁੰਡ ਮੁੰਡ ਜਿਹਾ ਰੱਖ ਦਿੰਦੇ ਆ ਲਿਆ ਕੇ ਉੱਥੋਂ, ਜਿਹਦੇ ਚ ਕੱਖ ਵੀ ਨਹੀਂ ਹੁੰਦਾ ਵਿੱਚੋਂ, ਉਹਦੇ ਜਦੋਂ ਭੰਨੋਂ ਗਲਿਆ ਜਾਂ ਨਿਕਲਦਾ। ਅਸਲ ਵਿੱਚ ਰੱਖਣਾ ਹੈ ਨਾ ਤਾਂ ਗੁਰਮੁਖੋ ਫਲਾਂ ਵਾਲੀ ਦੁਕਾਨ ਤੋਂ ਲਿਆਉਣਾ ਚਾਹੀਦਾ, ਜਿਹਦੇ ਉੱਪਰ ਵਾਲ ਹੋਣ। ਉਹ ਹੈ ਮਰਜ਼ਾਦਾ। ਤੇ ਉਹ ਰੱਖੋ। ਉਹਦਾ ਭਾਵ ਕੀ ਹੈ ਇਹ ਵੀ ਜਾਣਨਾ ਕਿ ਜਦੋਂ ਹੁਣ ਆਪਾਂ ਕਈ ਵਾਰ ਹੁੰਦਾ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਆ, ਕਈ ਪੈਸੇ ਰੱਖਦੇ ਨੇ ਨਾ, ਜਿਵੇਂ 1.25 ਰੁਪਈਆ ਜਾਂ ਹੋਰ 5 ਰੁਪਏ। ਉਹ ਅਸਲ ਵਿੱਚ ਤਾਂ ਪਹਿਲਾਂ ਹੁੰਦਾ ਸੀ 5 1 ਪੈਸਾ। ਫੇਰ ਗੁਰਮੁਖੋ 5 ਜਦੋਂ ਥੋੜਾ ਜਿਹਾ ਵਧੰਤ ਹੋ ਗਿਆ ਪੈਸੇ ਦਾ, ਫਿਰ 5 ਰੁਪਈਏ ਵੱਖਰੇ ਵੱਖਰੇ ਰੱਖਣ ਲੱਗੇ ਸੀ। ਹੌਲੀ ਹੌਲੀ ਉਹ ਵੱਖਰੇ ਵੱਖਰੇ ਨਾ ਮਿਲਣੇ, ਇਕੱਠਾ 5 ਦਾ ਨੋਟ ਦੇ ਦੇਣਾ ਥੱਲੇ। ਉਹ ਮਰਜ਼ਾਦਾ 5 ਵੱਖ ਵੱਖ ਸਿੱਕੇ। ਤੇ ਉਹ ਭਾਵ ਕੀ ਹੈ ਕਿ ਗੁਰੂ ਦੇ ਚਰਨਾਂ 'ਚ ਹੀ 5 ਤੱਤ ਨੇ, ਗੁਰੂ ਦੇ ਚਰਨਾਂ 'ਚ ਹੀ ਸਾਰਾ ਬ੍ਰਹਿਮੰਡ ਖੰਡ ਹੈ, ਗੁਰੂ ਦੇ ਚਰਨਾਂ 'ਚ ਹੀ ਸਾਰੀ ਕੁਦਰਤ ਕਾਇਨਾਤ ਰੁਮਾਵਲੀ ਹੈ। ਇਹਦਾ ਵਿਚਲਾ ਭਾਵ ਹੈ ਇਹ। ਤੇ ਉਹ ਹੁਣ ਇਹ ਚੀਜ਼ ਦਾ ਜਿਹੜਾ ਹੈ ਤੇ ਹੁਣ ਵਹਿਮ ਪਾ ਜਾਂਦਾ ਕਈ ਜਗ੍ਹਾ ਤੇ। ਇਹ ਤੁਰਿਆ ਉਹ ਥੱਲੇ ਵੱਧ ਪੈਸੇ ਰਖਾ ਲੈਂਦੇ ਆ ਤੇ ਫਿਰ ਉਹ ਕਹਿੰਗੇ ਜੀ ਚੰਗਾ ਲਿਆਓ ਇੰਨੇ ਸਾਨੂੰ ਦੇ ਦਿਓ, ਆਹ ਲੈ ਜਾਓ, ਇਹਨੂੰ ਜੀ ਪੈਸਿਆਂ 'ਚ ਰੱਖ ਦਿਓ, ਵਧੀ ਜਾਣਗੇ ਪੈਸੇ ਪਏ। ਦੇਖੋ ਉਹ ਤਾਂ ਕਿਰਤਨਾ ਵਧਣੇ ਆ, ਉਹ ਤਾਂ ਮਹਾਰਾਜ ਨੇ ਉਹਦਾ ਭਾਵ ਸਮਝਣਾ ਹੈ। 5 ਕੱਲੇ ਰੱਖ ਕੇ ਉਹ ਭਾਵ ਸੀ ਕਿ ਇਹ 5 ਤੱਤ ਮਹਾਰਾਜ ਤੁਹਾਡੇ ਚਰਨਾਂ 'ਚ ਹੈ। ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਉਹ ਸਾਰਾ ਬ੍ਰਹਿਮੰਡ, ਸਾਰੀ ਕੁਦਰਤ ਕਾਇਨਾਤ ਵੀ ਤੁਹਾਡੇ ਚਰਨਾਂ 'ਚ, ਤੁਹਾਡੀ ਹਜ਼ੂਰੀ 'ਚ, ਸਾਰੀ ਰੁਮਾਵਲੀ ਲਲੇਰ ਦੇ ਉੱਤੇ ਜਿਹੜੇ ਰੋਮ ਜੇ ਉਹ ਸਾਰੇ ਬਾਣ ਜੋ ਸਾਰੀ ਰੁਮਾਵਲੀ ਹੈ ਜਿੰਨੀ ਵੀ ਹੈ ਉਹ ਸਭ ਗੁਰੂ ਦੇ ਚਰਨਾਂ 'ਚ ਹੈ। ਇਹੀ ਮਰਜ਼ਾਦਾ ਰਹੀ ਹੈ ਕਿ ਉਹ 5 ਪੈਸੇ ਤੇ 1 ਲਲੇਰ ਮਹਾਰਾਜ ਨੇ ਲੈ 5 ਪੈਸੇ 1 ਲਲੇਰਾ ਉਹ ਰੱਖਿਆ ਹੈ। ਤੇ ਕੀਨ ਪ੍ਰਦਛਨ 4 ਛਪੇਰਾ ਘਰ ਤੇ ਧਰ ਕਰ ਭੇਟ ਅਗੇਰਾ। ਇਹ ਆਪਾਂ ਹੁਣ ਟਾਈਮ ਹੋ ਗਿਆ, ਕੱਲ ਨੂੰ ਹੀ ਇੱਥੋਂ ਜਿਹੜਾ ਹੈ 62ਵਾਂ ਪ੍ਰਸੰਗ ਮੁੱਢ ਤੋਂ ਹੀ ਸਰਵਣ ਕਰਾਂਗੇ। ਚਲੋ ਉਹ ਅਖੀਰ ਤੇ ਉਹ ਗੱਲ ਸਪਸ਼ਟ ਵੀ ਹੋ ਗਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ
ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।